वाहिगुरु जी का खालसा वाहिगुरु जी की फतेह। ਅੱਜ ਦੇ ਗੁਰਮਤਿ ਸਮਰ ਕੈਂਪ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਕੈਂਪ ਦੀ ਸ਼ੁਰੂਆਤ ਜਾਪ ਦੀ ਸੇਵਾ ਤੋਂ ਸ਼ੁਰੂ ਕਰਨ ਜਾ ਰਹੇ ਹਾਂ। ਅੱਜ ਦੀ ਜਾਪ ਦੀ ਸੇਵਾ EPP ਨੰਬਰ 1104 ਪਲੀਜ਼ ਜੋ ਆਪਣਾ ਹੈਂਡਲ ਕਰ ਲੈਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਹਾਂਜੀ ਹਾਂਜੀ, ਆਵਾਜ਼ ਆ ਰਹੀ ਜੀ ਤੁਹਾਡੀ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਾਇਦ ਉਹਨਾਂ ਦੇ ਕਨੈਕਸ਼ਨ ਵਿੱਚ ਪ੍ਰੋਬਲਮ ਆ ਰਹੀ ਹੈ। ਕੀਰਤਨ ਦੀ ਸੇਵਾ ਦੀ ਆਰੰਭਤਾ ਕਰਦੇ ਹਾਂ ਜੀ। ਕੀਰਤਨ ਦੀ ਸੇਵਾ ਨਿਭਾਉਣਗੇ ਰੁਪਿੰਦਰ ਕੌਰ ਜੀ, ਗਗਨਦੀਪ ਕੌਰ ਜੀ। EPP ਨੰਬਰ 12742 11255। ਹਾਂਜੀ, ਬੇਨਤੀ ਹੈ ਜੀ ਆਪਣੇ ਮਾਈਕ ਨੂੰ ਅਨਮਿਊਟ ਕਰਕੇ ਸਟਾਰਟ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਿ ਨਾਮ ਕੀਰਤਨ ਕਰੋ। ਹਰਿ ਨਾਮ ਕੀਰਤਨ ਕਰੋ। ਸੱਚੇ ਗੁਰੂ ਹਰਿ ਨਾਮ ਬਤਾਇਆ। ਸੱਚੇ ਗੁਰੂ ਹਰਿ ਨਾਮ ਬਤਾਇਆ। ਹਰ ਬਿਨ ਕੀਨ ਫਲ ਰਹਿ ਨਾ ਸਕੋ। ਮਨ ਦਿਨ ਹਰਿ ਨਾਮ ਕੀਰਤਨ जैसे हंस सड़ मिलती है कह ना सके।
हंस सर पर भी न रह ना सके, कैसे हर जन क्यों रहे हमारी सेवा में, कैसे हर जन क्यों रहे हमारी सेवा में। ओ अनदिन हरि नाम कीर्तन, अनदिन हरि नाम कीर्तन वाहिगुरु जी का खालसा वाहिगुरु जी की फतेह। बहुत धन्यवाद जी। मैं बेनती करांगी ਵੀਰ ਜਸਵੀਰ ਸਿੰਘ ਜੀ ਨੂੰ ਕਿਰਪਾ ਕਰਕੇ ਆਪਣੀ ਵੀਡੀਓ ਔਨ ਕਰਨ ਜੀ ਔਰ ਆਪਣੇ ਮਾਈਕ ਨੂੰ ਔਨ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਆ ਰਹੀ ਹੈ ਜੀ? हाँ जी। ਅੱਜ ਦਾ ਪਹਿਲਾ ਸੈਸ਼ਨ ਸ਼ੁਰੂ ਕਰਨ ਜਾ ਰਹੇ ਹਾਂ। ਸਾਡੇ ਵਿਚਕਾਰ ਵੀਰ ਨਿਰਭੈ ਸਿੰਘ ਜੀ ਜਿਉਣ ਜੋ ਕਿ ਮਾਲਵਾ ਜ਼ੋਨ ਇੰਚਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੇਵਾਵਾਂ ਨਿਭਾ ਰਹੇ ਹਨ। ਪਲੀਜ਼ ਉਹਨਾਂ ਨੂੰ ਬੇਨਤੀ ਹੈ ਕਿ ਐਂਡਰੇਜ ਕਰ ਲੈਣ ਤੇ ਉਹਨਾਂ ਨੂੰ ਸਪੋਰਟ ਕਰ ਲਿਆ ਜਾਏ। ਅੱਜ ਉਹਨਾਂ ਦਾ ਬੋਲਣ ਦਾ ਜਿਹੜਾ ਵਿਸ਼ਾ ਹੈ ਉਹ ਅੰਜਨ ਮਾਹੇ ਨਰਿੰਜਨ ਹੈ। ਸਾਰੇ ਬੱਚਿਆਂ ਨੂੰ ਬੇਨਤੀ ਹੈ ਕਿ ਬੜੇ ਪਿਆਰ ਤੇ ਸਤਿਕਾਰ ਨਾਲ ਉਹਨਾਂ ਦਾ ਸੈਸ਼ਨ ਸੁਣਨਾ ਤੇ ਅਸੀਂ ਬੇਨਤੀ ਕਰਾਂਗੇ ਵੀਰ ਨਿਰਭੈ ਸਿੰਘ ਜੀ ਆਪਣਾ ਵਿਸ਼ਾ ਲੈ ਕੇ ਬੱਚਿਆਂ ਨਾਲ ਵਿਚਾਰਾਂ ਦੀ ਸਾਂਝ ਪਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਆਰੰਭਤਾ ਦੇ ਵਿੱਚ ਬੇਨਤੀ ਕਰਾਂਗਾ ਕਿ ਸਾਰੇ ਬੱਚਿਆਂ ਨੂੰ
मेरी आवाज सुनाई दे रही है? हाँ जी वीर जी। हाँ जी। सो सब तो पहला मैं सतगुरु पातशाह जी का कोटान कोट धन्नवाद करांगा, जिन्हां ने अपार बख्शिश की है, बड़ी मेहरामत की है कि ਅਸੀਂ ਅੱਜ काफ़ी वड्डी गिणती ਦੇ ਵਿੱਚ ਜੁੜ ਕੇ ਬੈਠੇ ਹਾਂ। ਤੇ ਦੂਸਰਾ ਭਾਈ ਜਸਵੀਰ ਸਿੰਘ ਦੀ ਸਮੁੱਚੀ ਟੀਮ ਨੂੰ, ਸਮੁੱਚੇ ਡਿਪਾਰਟਮੈਂਟ ਨੂੰ ਮੈਂ ਧੰਨਵਾਦ ਕਰਾਂਗਾ, ਜਿਨ੍ਹਾਂ ਨੇ ਦਾਸ ਨੂੰ ਅੱਜ ਆਪ ਜੀ ਦੇ ਵਿੱਚ ਹਾਜ਼ਰ ਕੀਤਾ ਹੈ। ਸੋ ਬੱਚਿਓ, ਆਓ ਸਾਰੇ ਆਪਣੀਆਂ ਬਿਰਤੀਆਂ ਨੂੰ, ਸੁਰਤੀਆਂ ਨੂੰ ਇਕਾਗਰ ਕਰਦੇ ਹੋਏ ਰਚਨਾਵਾਂ ਨੂੰ ਪਵਿੱਤਰ ਕਰੀਏ। ਪਿਆਰ ਅਤੇ ਸਤਿਕਾਰ ਦੇ ਨਾਲ ਬੁਲਾਈਏ ਫਤਿਹ। ਬੋਲਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾ ਜਿਹੜਾ ਵਿਸ਼ਾ ਹੈ, ਭਾਵੇਂ ਕਿ ਜਸਵੀਰ ਸਿੰਘ ਜੀ ਨੇ ਦੱਸ ਦਿੱਤਾ, ਅੰਜਨ ਮਾਹੇ ਨਰੰਜਨ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਮੇਂ ਤੋਂ ਪਹਿਲਾਂ ਪਰਮਾਤਮਾ ਨੂੰ ਪ੍ਰਾਪਤ ਕਰਨ ਦੀਆਂ ਵੱਖਰੀਆਂ ਵੱਖਰੀਆਂ ਵਿਧੀਆਂ ਧਰਮ ਨਾਲ ਜੁੜੇ ਹੋਏ ਲੋਕਾਂ ਨੇ ਸਾਡੇ ਸਾਹਮਣੇ ਰੱਖੀਆਂ, ਜਿਨ੍ਹਾਂ ਦੇ ਵਿੱਚੋਂ ਕੁਝ ਕੁ ਵਿਧੀਆਂ ਮੈਂ ਆਪ ਜੀ ਦੇ ਸਨਮੁਖ ਰੱਖਾਂਗਾ, ਜਿਵੇਂ ਕਿ ਘਰ-ਬਾਰ ਛੱਡ ਦੇਣਾ, ਜੰਗਲਾਂ ਦੇ ਵਿੱਚ ਜਾ ਕੇ ਪੌਦਿਆਂ ਦੇ ਪੱਤੇ ਖਾਣੇ, ਭੁੱਖੇ ਰਹਿਣਾ, ਪੁੱਠੇ ਲਟਕਣਾ ਜਾਂ ਪਹਾੜਾਂ ਦੀਆਂ ਕਦਰਾਂ ਦੇ ਵਿੱਚ ਛੁਪ ਜਾਣਾ। ਤੇ ਇਹ ਬੜੇ ਲੰਮੇ ਸਮੇਂ ਤੋਂ ਹੋਕਾ ਦਿੱਤਾ ਗਿਆ ਧਾਰਮਿਕ ਲੋਕਾਂ ਦੇ ਵੱਲੋਂ ਕਿ ਪ੍ਰਮਾਤਮਾ ਸੰਸਾਰ ਵਿੱਚ ਰਹਿ ਕੇ ਨਹੀਂ ਮਿਲਦਾ, ਪ੍ਰਮਾਤਮਾ ਜੰਗਲਾਂ ਦੇ ਵਿੱਚ ਰਹਿ ਕੇ ਮਿਲੇਗਾ, ਪ੍ਰਮਾਤਮਾ ਪਹਾੜਾਂ ਦੀਆਂ ਕਦਰਾਂ ਦੇ ਵਿੱਚ, ਗੁਫਾਵਾਂ ਦੇ ਵਿੱਚ ਜਾਨਵਰਾਂ ਦੀ ਤਰ੍ਹਾਂ ਰਹਿ ਕੇ ਮਿਲੇਗਾ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਤੇ ਬੜੀ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਨੇ ਸਾਨੂੰ ਵਿਧੀ ਦੱਸੀ ਹੈ ਕਿ ਅਸੀਂ ਅੰਜਨ ਦੇ ਵਿੱਚੋਂ ਨਿਰੰਜਨ ਕਿਵੇਂ ਰਹਿਣਾ ਹੈ। ਅੰਜਨ ਦਾ ਅਰਥ ਸੁਖਮਣੀ ਸਾਹਿਬ ਦੇ ਵਿੱਚ ਆਪਾਂ ਜਦੋਂ ਪੜਾਂਗੇ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਸ ਸਮੇਂ ਜਿਹੜਾ ਸ਼ਬਦ ਵਰਤਿਆ ਹੈ ਉਹ ਸੁਰਮੇ ਲਈ ਕਾਲਖ ਲਈ ਵਰਤਿਆ ਹੈ। ਉੱਥੇ ਸ਼ਬਦ ਆਉਂਦਾ ਹੈ ਗਿਆਨ ਅੰਜਨ ਗੁਰ ਦੀਆ। ਗਿਆਨ ਅੰਜਨ, ਅੰਜਨ ਦਾ ਅਰਥ ਹੈ ਸੁਰਮਾ। ਸਤਿਗੁਰੂ ਮਾਲਕ ਜੀ ਨੇ ਸਾਡੇ ਅੱਖਾਂ ਦੇ ਵਿੱਚ ਗਿਆਨ ਦਾ ਸੁਰਮਾ ਪਾ ਦਿੱਤਾ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਅਗਿਆਨਤਾ ਦਾ ਹਨੇਰਾ ਚਲਾ ਗਿਆ ਜਦੋਂ ਸਾਡੇ ਅੱਖਾਂ ਦੇ ਵਿੱਚ ਗਿਆਨ ਦਾ ਅੰਜਨ, ਗਿਆਨ ਦਾ ਸੁਰਮਾ ਪੈ ਗਿਆ। ਤਾਂ ਅੰਜਨ ਦਾ ਅਰਥ ਕਾਲਖ ਹੈ, ਅੰਜਨ ਦਾ ਅਰਥ ਵਿਕਾਰ ਨੇ, ਅੰਜਨ ਦਾ ਅਰਥ ਵੱਖਰੇ ਵੱਖਰੇ ਰੂਪਾਂ ਦੇ ਵਿੱਚ ਆਪਣੇ ਸਾਹਮਣੇ ਆਉਂਦਾ ਹੈ। ਪਰ ਜਿਹੜੇ ਧਾਰਮਿਕ ਲੋਕ ਸੀ ਉਹਨਾਂ ਦੀ ਪਰਿਭਾਸ਼ਾ ਦੇ ਵਿੱਚ ਅੰਜਨ ਦਾ ਅਰਥ ਕਾਲਖ ਕੀਤਾ ਗਿਆ। ਤਾਂ ਉਹਨਾਂ ਨੇ ਇਸ ਕਾਲਖ ਦੇ ਵਿੱਚੋਂ ਬਚਣ ਦੇ ਵਾਸਤੇ ਕਦਰਾਂ ਪਹਾੜਾਂ ਦੇ ਵਿੱਚ ਗਏ, ਪਰਬਤਾਂ ਦਾ ਓਟ ਆਸਰਾ ਲਿਆ, ਜੰਗਲ ਦੇ ਵਿੱਚ ਗਏ। ਸ਼ਾਇਦ ਉਹਨਾਂ ਦੇ ਮਨ ਨੂੰ ਇੰਝ ਭੁਲੇਖਾ ਪੈ ਗਿਆ ਕਿ ਪਰਮਾਤਮਾ ਨੂੰ ਜੇ ਮਿਲਣਾ ਹੈ ਤਾਂ ਤੁਸੀਂ ਜੰਗਲਾਂ ਵਿੱਚ ਰਹਿ ਕੇ, ਪਹਾੜਾਂ ਦੀਆਂ ਕਦਰਾਂ ਵਿੱਚ ਰਹਿ ਕੇ, ਪਰਿਵਾਰ ਤੋਂ ਦੂਰ ਜਾ ਕੇ ਹੀ ਤੁਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹੋ। ਜਿਹਦੇ ਵਿੱਚ ਇੱਕ ਰੀਤ ਚੱਲੀ ਸੰਨਿਆਸੀ ਰਹਿਣ ਦੀ, ਵਿਆਹ ਨਾ ਕਰਵਾਉਣਾ, ਇਹ ਵੀ ਉਸ ਮਸਲੇ ਦਾ ਹੱਲ ਸੀ, ਉਸ ਵਿਸ਼ੇ ਨਾਲ ਸੰਬੰਧਿਤ ਸੀ। ਤਾਂ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ
ਸਭ ਤੋਂ ਪਹਿਲਾਂ ਜਿੱਥੇ ਸਾਨੂੰ ਗਿਆਨ ਦੀਆਂ ਦਾਤਾਂ ਬਖਸ਼ਿਸ਼ ਕਰਦੇ ਹੈ, ਉੱਥੇ ਉਹਨਾਂ ਲੋਕਾਂ ਦੇ ਕੋਲ ਸਤਿਗੁਰੂ ਪਾਤਸ਼ਾਹ ਜੀ ਗਏ ਹੈ, ਜਿਹੜੇ ਲੋਕ ਇਸ ਭਰਮ ਦੇ ਵਿੱਚ ਜੀ ਰਹੇ ਸਨ ਕਿ ਪ੍ਰਮਾਤਮਾ ਇੰਝ ਨਹੀਂ ਮਿਲੇਗਾ, ਪ੍ਰਮਾਤਮਾ ਦੀ ਇੰਝ ਪ੍ਰਾਪਤੀ ਨਹੀਂ ਹੋਵੇਗੀ। ਤਾਂ ਸਤਿਗੁਰੂ ਪਾਤਸ਼ਾਹ ਜੀ ਸਿੱਧਾਂ ਦੇ ਕੋਲ ਗਏ। ਸਿੱਧਾਂ ਨੂੰ ਜਾ ਕੇ ਜਿਸ ਸਮੇਂ ਇਹ ਵਿਧੀ ਦੱਸੀ ਕਿ ਅੰਜਨ ਦੇ ਵਿੱਚ ਨਿਰੰਜਨ ਰਿਹਾ ਜਾ ਸਕਦਾ ਹੈ, ਭਾਵ ਕਾਲਖ ਦੇ ਵਿੱਚ ਰਹਿੰਦੇ ਹੋਏ ਵੀ ਤੁਸੀਂ ਨਿਰਲੇਪ ਰਹਿ ਸਕਦੇ ਹੋ, ਸਮਾਜ ਦੇ ਵਿੱਚ ਰਹਿੰਦੇ ਹੋਏ ਵੀ ਤੁਸੀਂ ਨਿਰੰਕਾਰ ਨੂੰ ਮਿਲ ਸਕਦੇ ਹੋ। ਸਰੀਰ ਸਾਡਾ ਸੰਸਾਰ ਦੇ ਵਿੱਚ ਹੈ, ਸੁਰਤ ਸਾਡੀ ਨਿਰੰਕਾਰ ਦੇ ਵਿੱਚ ਰਵੇ। ਬੜਾ ਪਿਆਰਾ ਜਿਹਾ ਸ਼ਬਦ ਭਗਤ ਬਾਣੀ ਦੇ ਅੰਦਰ ਵੀ ਆਉਂਦਾ ਹੈ ਕਿ ਚਿੱਤ ਨਿਰੰਕਾਰ ਦੇ ਵੱਲ ਹੋਵੇ, ਸਰੀਰ ਕਾਰ ਦੇ ਵਿੱਚ ਹੋਵੇ। ਜਾਂ ਕਈ ਵੀਰਾਂ ਨੇ ਸ਼ਬਦ ਇੰਝ ਵੀ ਬਖਸ਼ਿਸ਼ ਕੀਤੇ ਹੈ ਵੀ ਚਿੱਤ ਨਿਰੰਕਾਰ ਦੇ ਨਾਲ ਤੇ ਹੱਥ ਕਾਰ ਦੇ ਨਾਲ ਜੁੜ ਜਾਣ। ਤਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿੱਥੇ ਭਗਤ ਸਾਹਿਬਾਨਾਂ ਨੇ ਗਿਆਨ ਦੇ ਮੁਜੱਸਮੇ, ਗਿਆਨ ਦੇ ਭੰਡਾਰ ਸਾਨੂੰ ਬਖਸ਼ਿਸ਼ ਕੀਤੇ ਆ, ਤੇ ਉੱਥੇ ਇੱਕ ਬੜੀ ਪਿਆਰੀ ਜੀ ਘਟਨਾ ਦੀ ਮੈਂ ਗੱਲ ਕਰ ਰਿਹਾ ਸਾਂ। ਇੱਕ ਵਾਰੀ ਭਗਤ ਤਰਲੋਚਨ ਜੀ ਭਗਤ ਨਾਮਦੇਵ ਜੀ ਦੇ ਕੋਲ ਦੀ ਗੁਜਰੇ ਤੇ ਭਗਤ ਨਾਮਦੇਵ ਜੀ ਕੱਪੜੇ ਸਿਲਾਈ ਕਰ ਰਹੇ ਨੇ ਤੇ ਭਗਤ ਤਰਲੋਚਨ ਜੀ ਹੱਸਦੇ ਹੋਏ ਕਹਿਣ ਲੱਗੇ ਕਿ ਨਾਮਦੇਵ ਨੂੰ ਤਾਂ ਮਾਇਆ ਨੇ ਮੋਹ ਲਿਆ। ਦੇਖੋ, ਕਿਰਤ ਕਰਨ ਦੇ ਨਾਲ ਨਾਲ ਕਿਰਤੀ ਨੂੰ ਯਾਦ ਕਰਨਾ, ਕਿਰਤ ਦੇ ਨਾਲ ਨਾਲ ਪਰਮਾਤਮਾ ਨੂੰ ਯਾਦ ਰੱਖਣਾ, ਇਹ ਕੋਈ ਜ਼ਰੂਰੀ ਨਹੀਂ ਕਿ ਅਸੀਂ ਚੌਂਕੜਾ ਮਾਰ ਕੇ ਵਿਹਲੇ ਬੈਠ ਕੇ ਹੀ ਰੱਬ ਨੂੰ ਯਾਦ ਕਰ ਸਕਦੇ ਹਾਂ। ਕੰਮ ਵੀ ਕੀਤਾ ਜਾ ਸਕਦਾ ਹੈ ਤੇ ਰੱਬ ਦਾ ਸਿਮਰਨ ਵੀ ਕੀਤਾ ਜਾ ਸਕਦਾ। ਤਾਂ ਜਿਸ ਸਮੇਂ ਭਗਤ ਨਾਮਦੇਵ ਜੀ ਨੂੰ ਐਸਾ ਕਿਹਾ ਕਿ ਨਾਮਾ ਮਾਇਆ ਮੋਹਿਆ, ਕਹਿ ਤਲੋਚਨ ਮੀਤ ਕਾਹੀ ਛਿਪੋ छैला ਰਾਮ ਨਾ ਲਾਮੋ ਚੀਤ, ਤੇ ਭਗਤ ਨਾਮਦੇਵ ਜੀ ਨੇ ਬੜਾ ਪਿਆਰਾ ਜਿਹਾ ਉੱਤਰ ਬਖਸ਼ਿਸ਼ ਕੀਤਾ ਹੈ। ਭਗਤ ਨਾਮਦੇਵ ਜੀ ਕਹਿੰਦੇ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥਾਂ ਦੇ ਨਾਲ ਮੈਂ ਕਾਰਜ ਕਰਦਾ, ਹੱਥਾਂ ਦੇ ਨਾਲ ਮੈਂ ਕੰਮ ਕਰਦਾ ਤੇ ਆਪਣੇ ਮਨ ਦੇ ਨਾਲ ਪਰਮਾਤਮਾ ਨੂੰ ਯਾਦ ਕਰਦਾ। ਦੋਨੇ ਚੀਜ਼ਾਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ। ਮੈਂ ਕਈ ਵਾਰ ਬੇਨਤੀ ਕਰਿਆ ਕਰਦਾ ਕਿ ਸਤਿਗੁਰੂ ਮਾਲਕ ਜੀ ਨੇ ਤਾਂ ਸਿੱਖ ਨੂੰ ਬਣਾਇਆ ਹੀ ਕਿਰਤੀ ਹੈ। ਜਦੋਂ ਆਪਾਂ ਕਿਤੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਸ਼ਬਦ ਪੜ੍ਹਦੇ ਆ, ਮੂਲ ਮੰਤਰ ਦਾ ਪਾਠ ਕਰਦੇ ਆ, ਤੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਜਿਸ ਸਮੇਂ ਪ੍ਰਮਾਤਮਾ ਦਾ ਰੂਪ ਸਾਡੇ ਸਾਹਮਣੇ ਬਿਆਨ ਕੀਤਾ ਤੇ ਉੱਥੇ ਪ੍ਰਮਾਤਮਾ ਨੂੰ ਵੀ ਕਰਤਾ ਪੁਰਖ ਕਿਰਤੀ ਕਹਿ ਕੇ ਸੰਬੋਧਨ ਕੀਤਾ, ਕਰਤਾ ਪੁਰਖ ਕਹਿ ਕੇ ਸੰਬੋਧਨ ਕੀਤਾ ਹੈ। ਉਹਨੂੰ ਵੇਲੜ ਕਹਿ ਕੇ ਸੰਬੋਧਨ ਨਹੀਂ ਕੀਤਾ ਕਿ ਉਹ ਇੱਕ ਥਾਂ ਤੇ ਬੈਠਾ ਹੈ। ਕਰਤਾ ਪੁਰਖ। ਤੇ ਜਦੋਂ ਗੁਰਬਾਣੀ ਇਕੱਤਰਤਾ ਦੀ ਗੱਲ ਆਉਂਦੀ ਹੈ ਤਾਂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਉਹਨਾਂ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਇਕੱਤਰ ਕੀਤਾ ਹੈ, ਜਿਹੜੇ ਰੱਬ ਦੇ ਪਿਆਰੇ, ਜਿੱਥੇ ਰੱਬ ਨਾਲ ਜੁੜੇ ਸੀ, ਜਿੱਥੇ ਕਿਰਤ ਵੀ ਕਰਿਆ ਕਰਦੇ ਸੀ ਤੇ ਕੀਰਤੀ ਵੀ ਕਰਿਆ ਕਰਦੇ। ਸਾਡੇ ਸਾਹਮਣੇ ਇੱਕ ਕਿਰਤ ਹੈ, ਇੱਕ ਕੀਰਤੀ ਹੈ। ਜਿਵੇਂ ਭਗਤ ਨਾਮਦੇਵ ਜੀ ਕੱਪੜੇ ਬੁਣਨ ਦਾ ਕੰਮ ਕਰਦੇ ਆ, ਤਾਣੀ ਦਾ ਕੰਮ ਕਰਦੇ ਆ, ਭਗਤ ਕਬੀਰ ਜੀ ਤਾਣੀ ਦਾ ਕੰਮ ਕਰਦੇ ਆ, ਭਗਤ ਨਾਮਦੇਵ ਜੀ ਸਿਲਾਈ ਦਾ ਕੰਮ ਕਰਦੇ ਆ। ਇਸੇ ਤਰ੍ਹਾਂ ਭਗਤ ਸੈਣ ਜੀ ਮੁੱਤੀਆਂ ਗੰਢਣ ਦਾ ਕੰਮ ਕਰਦੇ ਆ, ਭਗਤ ਧੰਨਾ ਜੀ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧਿਤ ਹੋਣ ਕਰਕੇ ਜ਼ਮੀਨ ਖੇਤੀ ਕਰਦੇ ਆ, ਭਗਤ ਰਵਿਦਾਸ ਜੀ ਜੁੱਤੀਆਂ ਗੰਢਣ ਦਾ ਕਾਰਜ ਕਰਦੇ ਆ। ਹੁਣ ਸਤਿਗੁਰੂ ਜੀ ਨੇ ਜਿੱਥੇ ਰੱਬ ਨੂੰ ਕਿਰਤੀ ਮੰਨਿਆ ਹੈ, ਉੱਥੇ
ਜਦੋਂ ਗੁਰਬਾਣੀ ਦੀ ਚੋਣ ਕੀਤੀ ਗਈ ਤਾਂ ਉਦੋਂ ਗੁਰਬਾਣੀ ਵੀ ਕਿਰਤੀਆਂ ਦੀ ਲਈ ਗਈ, ਬਲਕਿ ਕੱਲਾ ਕਿਰਤੀ ਕਿਆ ਨਹੀਂ ਹੈ, ਕਿਰਤੀਆਂ ਦੀ ਬਾਣੀ ਇਕੱਤਰ ਹੀ ਨਹੀਂ ਕੀਤੀ। ਸਤਿਗੁਰੂ ਮਾਲਕ ਜੀ ਨੇ ਜਦੋਂ 4 ਉਦਾਸੀਆਂ ਪੂਰੀਆਂ ਹੋਈਆਂ ਤੇ 4 ਉਦਾਸੀਆਂ ਤੋਂ ਬਾਅਦ ਵੀ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਆਪ ਆ ਕੇ ਹਲ ਵਾਹੁੰਦੇ ਨੇ। ਪਰ ਅੱਜ ਬੜਾ ਵੱਡਾ ਦੁਖਾਂਤ ਇਸ ਗੱਲ ਦਾ ਹੈ ਕਿ ਅੱਜ ਸਾਡੇ ਕੋਲ ਉਹ ਤਸਵੀਰ ਨਹੀਂ ਹੈ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ, ਜਿਹੜੀ ਤਸਵੀਰ ਦੇ ਵਿੱਚ ਸਤਿਗੁਰੂ ਨਾਨਕ ਦੇ ਪਾਤਸ਼ਾਹ ਖੇਤੀ ਕਰਦੇ ਆ। ਉਸ ਤਰ੍ਹਾਂ ਦੇ ਅੱਜ ਕਰੈਕਟਰ, ਉਸ ਤਰ੍ਹਾਂ ਦਾ ਜਿਹੜਾ ਇਤਿਹਾਸ ਹੈ, ਉਸ ਤਰ੍ਹਾਂ ਦੀਆਂ ਤਸਵੀਰਾਂ ਸਾਡੇ ਸਾਹਮਣੇ ਨਹੀਂ ਹੈ। ਭਾਵੇਂ ਕਿ ਸਿੱਖ ਧਰਮ ਦੇ ਅੰਦਰ ਤਸਵੀਰ ਬਣਾਉਣਾ ਮਨ੍ਹਾ ਹੈ, ਪਰ ਮੈਂ ਬੇਨਤੀ ਇਹ ਵੀ ਕਰਾਂਗਾ ਕਿ ਸਿੱਖ ਧਰਮ ਨੂੰ ਇਸ ਰੂਪ ਵਿੱਚ ਵੀ ਬਿਆਨ ਕੀਤਾ ਜਾਂਦਾ ਹੈ, ਪਰ ਉਹ ਤਸਵੀਰ ਗਲਤ ਰੂਪ ਵਿੱਚ ਨਾ ਹੋਵੇ। ਜਿਵੇਂ ਕਿ ਆਪਾਂ ਵੇਖ ਰਹੇ ਹਾਂ ਅੱਜ ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਸੋਹਣੇ ਗੱਦੇ ਤੇ ਬਹਾ ਦਿੱਤਾ। ਇੰਜ ਲੱਗਦਾ ਹੈ ਜਿਵੇਂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਜਿਵੇਂ ਕਿਤੇ ਕਦੇ ਚੰਗੇ ਕਮਰੇ ਦੇ ਵਿੱਚੋਂ, ਏਸੀ ਦੇ ਵਿੱਚੋਂ ਨਿਕਲੇ ਹੀ ਨਹੀਂ। ਭਾਈ ਗੁਰਦਾਸ ਜੀ ਦੀ ਜਦੋਂ ਆਪਾਂ ਪੌੜੀ ਪੜ੍ਹਦੇ ਹਾਂ ਤੇ ਭਾਈ ਗੁਰਦਾਸ ਜੀ ਬੜੇ ਸੋਹਣੇ ਬਚਨ ਕਹਿੰਦੇ ਆ। ਕਹਿੰਦੇ ਰੇਤ ਅਕ ਆਹਾਰ ਕਰ ਰੋੜਾਂ ਦੀ ਗੁਰ ਕੀ ਵਸਾਈ। ਜਿਹੜੇ ਸਤਿਗੁਰੂ ਮਾਲਕ ਜੀ ਨੇ ਰੋੜਾਂ ਦੀ ਵਿਛਾਈ ਕੀਤੀ ਹੋਵੇ, ਉਹਦਾ ਪਿੰਡਾ ਕਿਹੋ ਜਿਹਾ ਹੋਵੇਗਾ, ਉਹਦੇ ਕਦਮ ਪੈਰ ਕਿਹੋ ਜਿਹੇ ਹੋਣਗੇ, ਉਹਦਾ ਰੰਗ ਕਿਹੋ ਜਿਹਾ ਹੋਵੇਗਾ। ਪਰ ਇਹ ਗੱਲ ਕਿਤੇ ਨਾ ਕਿਤੇ ਸਾਥੋਂ ਪਾਸੇ ਚਲੀ ਗਈ ਹੈ। ਮੈਂ ਗੱਲ ਕਰ ਰਿਹਾ ਸਾਂ, ਭਾਈ ਗੁਰਦਾਸ ਜੀ ਨੇ ਉੱਥੇ ਸ਼ਬਦ ਵਰਤੇ ਆ, ਜਦੋਂ 4 ਉਦਾਸੀਆਂ ਪੂਰੀਆਂ ਕਰਨ ਤੋਂ ਬਾਅਦ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਕਰਤਾਰਪੁਰ ਦੇ ਵਿੱਚ ਆਉਂਦੇ ਆ ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਉਸ ਸਮੇਂ ਸੰਸਾਰੀ ਕੱਪੜੇ ਪਹਿਨ ਕੇ ਕਿਰਤ ਦੇ ਵਿੱਚ ਜੁਟ ਜਾਂਦੇ ਆ, ਖੇਤੀ ਕਰਨ ਦੇ ਵਿੱਚ ਜੁਟ ਜਾਂਦੇ। ਇਸ ਲਈ ਮੈਂ ਇਹ ਪੱਖ ਲਿਆ ਕਿ ਜਿੱਥੇ ਅਸੀਂ ਰੱਬ ਦੇ ਨਾਲ ਜੁੜਨਾ ਹੈ, ਉੱਥੇ ਕਿਰਤ ਦੇ ਨਾਲ ਵੀ ਜੁੜਨਾ। ਜਿੱਥੇ ਅਸੀਂ ਕਿਰਤ ਦੇ ਨਾਲ ਜੁੜਨਾ, ਉੱਥੇ ਕੀਰਤੀ ਦੇ ਨਾਲ ਵੀ ਜੁੜਨਾ। ਇਸੇ ਲਈ ਅਸੀਂ ਇਸ ਦੇ ਵਿੱਚੋਂ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਭਾਈ ਗੁਰਦਾਸ ਜੀ ਨੇ ਬੜੀ ਪਿਆਰੀਆਂ ਜਿਹੀਆਂ ਉਦਾਹਰਨਾਂ ਦਿੱਤੀਆਂ। ਭਾਈ ਗੁਰਦਾਸ ਜੀ ਕਹਿੰਦੇ ਆ, ਕਹਿੰਦੇ ਜਿਵੇਂ ਬੇੜੀ ਪਾਣੀ ਤੋਂ ਬਿਨਾਂ ਚੱਲ ਨਹੀਂ ਸਕਦੀ, ਪਰ ਇੱਕ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਜਦੋਂ ਬੇੜੀ ਸਮੁੰਦਰ ਦੇ ਵਿੱਚ ਜਾਂਦੀ ਹੈ ਤਾਂ ਬੇੜੀ ਦੇ ਵਿੱਚ ਪਾਣੀ ਨਾ ਪਵੇ ਤਾਂ ਉਹ ਬੇੜੀ ਮੰਜ਼ਿਲ ਤੇ ਪਹੁੰਚ ਜਾਂਦੀ ਹੈ। ਬੇੜੀ ਪਾਣੀ ਤੋਂ ਬਿਨਾਂ ਚੱਲ ਨਹੀਂ ਸਕਦੀ। ਜੇ ਬੇੜੀ ਵਿੱਚ ਪਾਣੀ ਪੈ ਗਿਆ ਤੇ ਫਿਰ ਵੀ ਉਹਨੇ ਡੁੱਬ ਜਾਣਾ। ਹੁਣ ਅਸੀਂ ਪਰਿਵਾਰ ਵਿੱਚ ਰਹਿੰਦੇ ਹੋਏ ਵੀ ਨਿਰੰਕਾਰ ਨੂੰ ਯਾਦ ਕਰ ਸਕਦੇ ਹਾਂ। ਪਰਮਾਤਮਾ ਨੇ ਸਾਨੂੰ ਬੱਚੇ ਦਿੱਤੇ ਹੈ, ਪਰਿਵਾਰ ਦਿੱਤਾ ਹੈ, ਮਾਤਾ ਪਿਤਾ ਦਿੱਤਾ ਹੈ, ਪਤਨੀ ਹੈ, ਪਰਿਵਾਰ ਹੈ, ਬੱਚੇ ਹੈ। ਇਹਨਾਂ ਪਰਿਵਾਰਾਂ ਵਿੱਚ ਰਹਿੰਦੇ ਹੋਏ ਆਪਣੇ ਫਰਜ਼ਾਂ ਨੂੰ ਪਛਾਣਦੇ ਹੋਏ, ਕੰਮ ਕਰਦੇ ਹੋਏ ਨਿਰੰਕਾਰ ਨੂੰ ਪਾ ਸਕਦੇ ਹਾਂ। ਇਹ ਕਿਤੇ ਵੀ ਨਹੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਆਇਆ ਕਿ ਤੁਸੀਂ ਵਿਹਲੇ ਬੈਠ ਕੇ ਹੀ ਰੱਬ ਦਾ ਸਿਮਰਨ ਕਰ ਸਕਦੇ ਹੋ, ਵਿਹਲੇ ਬੈਠ ਕੇ ਹੀ ਰੱਬ ਨੂੰ ਚੇਤਾ ਕੀਤਾ ਜਾ ਸਕਦਾ। ਤਾਂ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਵਿਧੀ ਬੜੀ ਪਿਆਰੀ ਦਿੱਤੀ ਹੈ। ਜਿਹੜੇ ਸ਼ਬਦ ਸਿੱਧ ਲੋਕਾਂ ਨੂੰ ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਕਹੇ ਸਨ, ਉਹ ਸ਼ਬਦ ਮੈਂ ਆਪ ਜੀ ਦੀ ਸੇਵਾ ਵਿੱਚ ਰੱਖਣ ਲੱਗੇ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਜਦੋਂ ਸਿੱਧ ਕਹਿੰਦੀ ਹੈ ਸਤਿਗੁਰੂ ਨਾਨਕ ਦੇ ਪਾਤਸ਼ਾਹ, ਅੰਜਨ ਮਾਏ ਨਿਰੰਜਨ ਕਿਵੇਂ ਰਿਹਾ ਜਾ ਸਕਦਾ ਹੈ? ਕਾਲਖ ਦੇ ਵਿੱਚੋਂ ਨਿਕਾਲਖ ਕਿਵੇਂ ਰਿਹਾ ਜਾ ਸਕਦਾ ਹੈ? ਕਾਲਖ ਦੇ ਵਿੱਚ ਰਹਿੰਦਿਆਂ ਇਹ ਤਾਂ ਹੋ ਨਹੀਂ ਸਕਦਾ ਕਿ ਕਾਲਖ ਨਾ ਲੱਗੇ, ਕਿਵੇਂ ਬਚਿਆ ਜਾ ਸਕਦਾ? ਤੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ, ਮੇਰੇ ਪਿਆਰੇ ਬੱਚਿਓ, ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ 2 ਉਦਾਹਰਨਾਂ ਉਸ ਸਮੇਂ ਸਿੱਧ ਲੋਕਾਂ ਦੇ ਸਨਮੁਖ ਰੱਖੀਆਂ ਸੀ। ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਪਹਿਲੀ ਉਦਾਹਰਨ ਦਿੱਤੀ, ਕਹਿੰਦੇ ਜਿਵੇਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਖਿੜਦਾ
ਔਰ ਚਿੱਕੜ ਦੇ ਵਿੱਚ ਹੀ ਜਵਾਨ ਹੁੰਦਾ ਹੈ, ਚਿੱਕੜ ਦੇ ਵਿੱਚ ਹੀ ਖੇੜੇ ਵਿੱਚ ਆਉਂਦਾ ਹੈ, ਫੁੱਲ ਖਿੜਦੇ ਨੇ। ਪਰ ਚਿੱਕੜ ਦੇ ਵਿੱਚ ਰਹਿੰਦਾ ਹੋਇਆ ਚਿੱਕੜ ਤੋਂ ਨਿਰਲੇਪ ਹੈ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਨੇ ਦੂਜੀ ਉਦਾਹਰਨ ਦਿੱਤੀ ਹੈ, ਬਖਸ਼ਿਸ਼ ਕੀਤਾ ਹੈ ਗਿਆਨ ਸਾਨੂੰ। ਸਤਿਗੁਰੂ ਜੀ ਕਹਿਣ ਲੱਗੇ, ਜਿਵੇਂ ਪਾਣੀ ਦੇ ਵਿੱਚ ਮਿਰਗਾਬੀ ਰਹਿੰਦੀ ਹੈ, ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਸਾਰਾ ਦਿਨ ਮਿਰਗਾਬੀ ਪਾਣੀ ਵਿੱਚ ਰਹਿੰਦੀ ਹੈ, ਔਰ ਪਾਣੀ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਪਾਣੀ ਤੋਂ ਨਿਰਲੇਪ ਹੈ। ਜਦੋਂ ਮਨ ਕਰਦਾ ਤੇ ਉਡਾਰੀ ਮਾਰ ਜਾਂਦੀ। ਸਤਿਗੁਰੂ ਪਾਤਸ਼ਾਹ ਕਹਿੰਦੇ, ਜਿਵੇਂ ਚਿੱਕੜ ਦੇ ਵਿੱਚ ਫੁੱਲ ਹੈ ਤੇ ਨਿਰਲੇਪ ਹੈ, ਜਿਵੇਂ ਮਿਰਗਾਬੀ ਪਾਣੀ ਵਿੱਚ ਰਹਿੰਦੀ ਪਾਣੀ ਤੋਂ ਨਿਰਲੇਪ ਹੈ, ਇਸੇ ਤਰ੍ਹਾਂ ਅਸੀਂ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਵੀ ਮਾਇਆ ਤੋਂ ਨਿਰਲੇਪ ਰਹਿ ਸਕਦੇ। ਤੇ ਇਹ ਜਿਹੜੀਆਂ ਗੱਲਾਂ ਨੇ, ਜੇ ਪਰਿਵਾਰ ਵਿੱਚ ਰਹਿੰਦਿਆਂ ਪਰਮਾਤਮਾ ਦੇ ਨਾਲ ਮਿਲਿਆ ਜਾ ਸਕਦਾ ਹੈ, ਤੇ ਮੈਂ ਅੰਜਨ ਮਾਹੇ ਨਿਰੰਜਨ ਦੇ ਅਰਥ ਇਹ ਵੀ ਕਰਾਂਗਾ ਕਿ ਜਿੱਥੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਨੂੰ ਇਹ ਸਿਧਾਂਤ ਦਿੱਤਾ ਕਿ ਬੱਚੇ ਪਾਲਦੇ ਹੋਏ ਪਰਿਵਾਰ ਵਿੱਚ ਰਹਿੰਦੇ ਹੋਏ ਨਿਰੰਕਾਰ ਨੂੰ ਪਾਇਆ ਜਾ ਸਕਦਾ ਹੈ, ਇਹ ਇੱਕ ਪੱਖ ਹੈ ਅੰਜਨ ਮਾਹੇ ਨਿਰੰਜਨ ਦਾ। ਤੇ ਮੈਂ ਅੰਜਨ ਮਾਹੇ ਨਿਰੰਜਨ ਦੇ ਅਰਥ ਭਾਵੇਂ ਕਿ ਪਹਿਲਾਂ ਕਰ ਵੀ ਦਿੱਤੇ, ਪਰ ਫਿਰ ਮੈਂ ਬੇਨਤੀ ਕਰਾਂ। ਅੰਜਨ ਦਾ ਅਰਥ ਹੈ ਕਾਲਖ, ਨਿਰੰਜਨ ਦਾ ਅਰਥ ਹੈ ਸਾਫ ਸੁਥਰਾ, ਨਿਰਅੰਜਨ ਰਹਿਣਾ, ਕਾਲਖ ਤੋਂ ਰਹਿਤ ਹੋ ਕੇ ਰਹਿਣਾ। ਤੇ ਮੈਂ ਅੱਜ ਦੇ ਜਦੋਂ ਸੰਦਰਭ ਦੇ ਵਿੱਚ ਇਹਦੇ ਅਰਥ ਕਰਾਂਗਾ ਤਾਂ ਮੇਰੇ ਸਾਹਮਣੇ ਇਹ ਅਰਥ ਆਉਣਗੇ ਕਿ ਸਮਾਜ ਦੇ ਅੰਦਰ ਆਪਾਂ ਜਦੋਂ ਜਾਤ ਪਾਤ ਦੀ ਗੱਲ ਕਰਦੇ ਆ, ਬੜੇ ਲੋਕ ਨੇ, ਤਕਰੀਬਨ 50-70% ਲੋਕ ਹੈ ਜਿਹੜੇ ਉਹ ਅੱਜ ਜਾਤਾਂ ਪਾਤਾਂ ਦੇ ਬੰਧਨਾਂ ਦੇ ਵਿੱਚ ਬੰਧੇ ਨੇ। ਪਿੰਡਾਂ ਦੇ ਵਿੱਚ ਆਪਾਂ ਜਾਂਦੇ ਆ, ਸਾਨੂੰ ਦਿਖਾਈ ਦਿੰਦੇ ਨੇ ਇਹ ਰਵਿਦਾਸੀਆਂ ਦਾ ਗੁਰਦੁਆਰਾ ਹੈ, ਇਹ ਜ਼ਿਮੀਂਦਾਰਾਂ ਦਾ ਗੁਰਦੁਆਰਾ ਹੈ, ਇਹ ਇਹਨਾਂ ਦਾ ਗੁਰਦੁਆਰਾ ਹੈ, ਇਹ ਰਾਮਗੜੀਆਂ ਦਾ ਗੁਰਦੁਆਰਾ ਹੈ, ਇਹ ਰੰਗ ਰੇਟਿਆਂ ਦਾ ਗੁਰਦੁਆਰਾ ਹੈ। ਵੱਖਰੇ ਵੱਖਰੇ ਗੁਰਦੁਆਰੇ ਜਿਹੜੇ ਸਾਨੂੰ ਅੱਜ ਦਿਖਾਈ ਦੇ ਰਹੇ ਨੇ, ਇਹ ਵੀ ਅਸਲ ਵਿੱਚ ਇੱਕ ਕਾਲਖ ਸੀ, ਜਿਹੜੀ ਕਾਲਖ ਦੇ ਵਿੱਚੋਂ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਨੂੰ ਕੱਢਿਆ ਸੀ। ਅੱਜ ਬੋਲ ਬੜੇ ਆਪਾਂ ਪੜ੍ਹ ਰਹੇ ਹਾਂ ਕਿ ਆਵਲ ਅੱਲਾ ਨੂਰ ਅਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਵੇਖਣ ਦੀ ਲੋੜ ਹੈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਜੇ ਪਰਮਾਤਮਾ ਸਾਰਿਆਂ ਦੇ ਵਿੱਚ ਹੈ ਤੇ ਫਿਰ ਅਸੀਂ ਜਿਹੜੀ ਕਾਲਖ, ਜਾਤ ਪਾਤ ਦੀ ਕਾਲਖ ਆਪਣੀ ਸੁਰਤ ਦੇ ਵਿੱਚ ਪਾ ਲਈ ਹੈ, ਤੇ ਫਿਰ ਇਹਦੇ ਵਿੱਚ ਕਿਉਂ ਆਪਾਂ ਜਾ ਕੇ ਡਿੱਗ ਪਏ। ਜੇ ਇਹ ਗੱਲ ਗੁਰਬਾਣੀ ਨੇ ਸਿਖਾ ਦਿੱਤੀ ਕਿ ਅੰਜਨ ਮਾਹੇ ਨਿਰੰਜਨ ਰਹਿਣਾ, ਇਹ ਸਮਾਜ ਦੇ ਵਿੱਚ ਜਾਤਾਂ ਪਾਤਾਂ ਬੜੀਆਂ ਨੇ, ਪਰ ਜਿਹੜਾ ਰੱਬ ਦਾ ਪਿਆਰਾ ਗੁਰੂ ਕਾ ਸਿੱਖ ਆ, ਉਹ ਜਾਤਾਂ ਪਾਤਾਂ ਦੇ ਬੰਧਨ ਤੋਂ ਨਿਰਲੇਪ ਰਵੇ। ਮੈਂ ਇਹ ਵੀ ਕਹਾਂਗਾ ਕਿ ਇਹ ਵੀ ਇੱਕ ਕਾਲਖ ਹੀ ਹੈ, ਅੰਜਨ ਮਾਹੇ ਨਿਰੰਜਨ ਰਹੀ ਹੈ। ਜੇ ਤੀਜੇ ਸੰਦਰਭ ਦੇ ਵਿੱਚ ਅੰਜਨ ਮਾਹੇ ਨਿਰੰਜਨ ਦੇ ਅਰਥ ਕਰੀਏ, ਸਮਾਜ ਦੇ ਵਿੱਚ ਕ੍ਰੋਧ ਹੈ, ਸਮਾਜ ਦੇ ਵਿੱਚ ਵਿਰੋਧ ਹੈ, ਸਮਾਜ ਦੇ ਵਿੱਚ ਈਰਖ ਹੈ, ਸਮਾਜ ਦੇ ਵਿੱਚ ਅਹੰਕਾਰ ਹੈ, ਸਮਾਜ ਦੇ ਵਿੱਚ ਅੱਜ ਕਾਮ ਕ੍ਰੋਧ ਪਤਾ ਨਹੀਂ ਕਿੰਨੀਆਂ ਕੁ ਲਹਿਰਾਂ ਨੇ। ਤਾਂ ਸਤਿਗੁਰੂ ਮਾਲਕ ਜੀ ਨੇ ਸਿੱਖਾਂ ਨੂੰ, ਮੈਂ ਕਹਾਂਗਾ ਪੂਰੀ ਮਨੁੱਖਤਾ ਨੂੰ, ਇਹਦੇ ਵਿੱਚੋਂ ਵੀ ਨਿਰਲੇਪ ਰਹਿਣ ਦੇ ਲਈ ਸਾਨੂੰ ਬਖਸ਼ਿਸ਼ ਕੀਤਾ ਹੈ, ਬਖਸ਼ਿਸ਼ਾਂ ਕੀਤੀਆਂ ਕਿ ਦੁਨੀਆ ਈਰਖਾ ਦੇ ਵਿੱਚ ਸੜ ਰਹੀ ਹੈ, ਦੁਨੀਆ ਕਾਮ ਕ੍ਰੋਧ ਦੇ ਵਿੱਚ ਮਰ ਰਹੀ ਹੈ, ਕਿ ਗੁਰੂ ਕੇ ਸਿੱਖ ਨੇ, ਰੱਬ ਦੇ ਪਿਆਰੇ ਨੇ ਇਹਨਾਂ ਕੁਕਰਮਾਂ ਦੇ ਵਿੱਚੋਂ ਕਿਵੇਂ ਬਚਣਾ। ਵੇਖੋ, ਜਦੋਂ ਆਪਾਂ ਸਤਿਗੁਰੂ ਦੀ ਬਾਣੀ ਨੂੰ ਪੜ੍ਹਦੇ ਹਾਂ ਤੇ ਸਾਡੇ ਸਾਹਮਣੇ ਦੋ ਗੱਲਾਂ ਆਈਆਂ ਨੇ। ਭਗਤ ਨਾਮਦੇਵ ਜੀ ਦਾ ਬੜਾ ਪਿਆਰਾ ਜਿਹਾ ਸ਼ਬਦ ਆਉਂਦਾ ਹੈ। ਭਗਤ ਸਾਹਿਬ ਉੱਥੇ ਕਹਿੰਦੇ ਹੈ, ਕਹਿੰਦੇ ਭਾਈ ਜੋ ਨਾ ਭਜੰਤੇ ਨਾ ਰਹਿਣਾ,
ਤਿਨਕਾ ਮੈਂ ਨਾ ਕਰੂੰ ਦਰਸ਼ਨਾ। ਇਹ ਜਦੋਂ ਰਹਾਉ ਦੀ ਆਪਾਂ ਬੰਦ ਪੜ੍ਹਦੇ ਹਾਂ, ਰਹਾਉ ਵਾਲੀ ਪੰਗਤੀ ਪੜ੍ਹਦੇ ਹਾਂ, ਪਰ ਇਸ ਤੋਂ ਪਹਿਲਾਂ ਸ਼ਬਦ ਬੜਾ ਪਿਆਰਾ ਆਇਆ। ਭਗਤ ਨਾਮਦੇਵ ਜੀ ਉੱਥੇ ਕਹਿੰਦੇ ਆ, ਪਰ ਹਰ ਪਰ ਦਾਰਾ ਪਰ ਧਨ ਪਰ ਦਾਰਾ ਪਰ ਹਰੀ, ਤਾਂ ਕੈ ਨਿਕਟ ਬਸੈ ਨਰ ਹਰੀ। ਸਮਾਜ ਕਾਮ ਦੀ ਦੁਨੀਆ ਦੇ ਵਿੱਚ ਅੱਜ ਮਰ ਰਿਹਾ ਹੈ। ਛੋਟੀਆਂ ਛੋਟੀਆਂ ਬੱਚੀਆਂ ਦੇ ਨਾਲ ਬਿਲਾਤਕਾਰ, ਛੋਟੀਆਂ ਛੋਟੀਆਂ ਬੱਚੀਆਂ ਦੇ ਨਾਲ ਕੁਕਰਮ ਹੁੰਦੇ ਨੇ। ਇਹ ਵੀ ਇੱਕ ਸੰਸਾਰ ਦੇ ਵਿੱਚ ਇੱਕ ਕਾਲਖ ਹੈ। ਤੇ ਸਤਿਗੁਰੂ ਜੀ ਨੇ, ਭਗਤ ਨਾਮਦੇਵ ਜੀ ਨੇ ਸਾਨੂੰ ਇਹ ਬੜੇ ਪਿਆਰੇ ਜਿਹੇ ਉਪਦੇਸ਼ ਬਖਸ਼ਿਸ਼ ਕੀਤੇ ਹੈ। ਭਗਤ ਸਾਹਿਬ ਕਹਿੰਦੇ ਆ ਕਿ ਗੁਰੂ ਕੇ ਪਿਆਰੇ ਸਿੱਖੋ, ਜੇ ਅਸੀਂ ਪਰਾਏ ਧਨ ਤੋਂ ਤੇ ਪਰਾਏ ਤਨ ਤੋਂ ਦੂਰ ਰਹਿੰਦੇ ਹਾਂ ਤੇ ਇਹ ਸਮਝੋ ਕਿ ਪ੍ਰਮਾਤਮਾ ਸਾਡੇ ਨੇੜੇ ਹੈ। ਪਰ ਦੂਜਾ ਪੱਖ ਜੇ ਆਪਾਂ ਇਹਦਾ ਵੇਖ ਲਈਏ, ਇੱਕ ਪਾਸੇ ਬੰਦਾ ਬਾਣੀ ਵੀ ਪੜ੍ਹਦਾ, ਇੱਕ ਪਾਸੇ ਬੰਦਾ ਵਾਹਿਗੁਰੂ ਦਾ ਸਿਮਰਨ ਵੀ ਕਰਦਾ, ਪਰ ਜੇ ਦੂਜਿਆਂ ਦੀਆਂ ਧੀਆਂ ਭੈਣਾਂ ਦੇ ਵੱਲ ਮਾੜੀ ਨਜ਼ਰ ਨਾਲ ਵੇਖ ਰਿਹਾ, ਦੂਜਿਆਂ ਦੇ ਵੱਲ ਬੰਦਾ ਚਲਾਕੀਆਂ ਕਰ ਰਿਹਾ ਹੈ, ਧੋਖਾ ਕਰ ਰਿਹਾ ਹੈ, ਕਪਟ ਕਰ ਰਿਹਾ ਹੈ, ਦੂਜੇ ਦੇ ਧਨ ਨੂੰ ਚਰਾ ਰਿਹਾ ਹੈ, ਫਿਰ ਮੈਂ ਕਹਾਂਗਾ ਵੀ ਇਹਦਾ ਅਰਥ ਵੀ ਕੋਈ ਨਹੀਂ। ਸੋ ਇਹ ਸੀ ਅੰਜਨ ਮਾਹੀ ਨਿਰੰਜਨ ਰਹੀਆ। ਮੈਂ ਪਹਿਲੀ ਬੇਨਤੀ ਕਰੀ ਸੀ, ਪਰਿਵਾਰ ਵਿੱਚ ਰਹਿੰਦਿਆਂ ਹੀ ਨਿਰੰਕਾਰ ਨੂੰ ਪਾਇਆ ਜਾ ਸਕਦਾ। ਦੂਜੀ ਬੇਨਤੀ ਮੈਂ ਕਰੀ ਸੀ ਵੀ ਦੁਨੀਆ ਦੇ ਵਿੱਚ ਬੜੀਆਂ ਲਹਿਰਾਂ ਚੱਲਦੀਆਂ, ਕਿਤੇ ਈਰਖਾ ਦੀ ਲਹਿਰ ਹੈ, ਕਿਤੇ ਕ੍ਰੋਧ ਦੀ ਲਹਿਰ ਹੈ, ਕਿਤੇ ਅਹੰਕਾਰ ਦੀ ਲਹਿਰ ਹੈ, ਕਿਤੇ ਕਾਮ ਦੀ ਲਹਿਰ ਹੈ, ਪਰ ਇਹਨਾਂ ਸਾਰੀਆਂ ਲਹਿਰਾਂ ਦੇ ਵਿੱਚੋਂ ਕਿਤੇ ਲਾਲਚ ਦੀ ਲਹਿਰ ਹੈ। ਸਤਿਗੁਰੂ ਜੀ ਨੇ ਤਾਂ ਲਾਲਚ ਦੇ ਸੰਬੰਧ ਤੇ ਜਦੋਂ ਸਾਡੇ ਸਾਹਮਣੇ ਸ਼ਬਦ ਰੱਖੇ ਆ, ਗਿਆਨ ਰੱਖਿਆ, ਤੇ ਸਤਿਗੁਰੂ ਜੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਬੰਦਾ ਜਿਸ ਸਮੇਂ ਅੰਮ੍ਰਿਤ ਵੇਲੇ ਉੱਠਦਾ ਤੇ ਅੰਮ੍ਰਿਤ ਵੇਲੇ ਉੱਠਦਿਆਂ ਸਾਰ ਹੀ ਇਹਦੇ ਨਾਲ ਤ੍ਰਿਸ਼ਨਾਵਾਂ ਦੀਆਂ ਕੁੱਤੀਆਂ ਤੇ ਲੋਭ ਦਾ ਕੁੱਤਾ ਉੱਠ ਖਲੋਂਦਾ ਹੈ। ਸਤਿਗੁਰੂ ਜੀ ਨੇ ਬੜੇ ਪਿਆਰੇ ਜੀ ਬੋਲ ਕਹੇ ਹੈ। ਪਾਤਸ਼ਾਹ ਜੀ ਕਹਿੰਦੇ ਹੈ, ਏਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੌਂਕੇ ਸਦਾ ਵਿਆਲ। ਭਾਵ ਕਿ ਅੰਮ੍ਰਿਤ ਵੇਲੇ ਲੋਭ ਦਾ ਕੁੱਤਾ ਤੇ ਤ੍ਰਿਸ਼ਨਾਵਾਂ ਦੀਆਂ ਕੁੱਤੀਆਂ ਜਿਹੜੀਆਂ ਉਹ ਸਾਡੇ ਉੱਠਦਿਆਂ ਸਾਰੀ ਅੰਮ੍ਰਿਤ ਵੇਲੇ ਨਾਲ ਉੱਠ ਖੜਦੀਆਂ ਨੇ। ਬੰਦਾ ਰੱਬ ਦੇ ਨਾਲ ਅੰਮ੍ਰਿਤ ਵੇਲੇ ਜੁੜਦਾ, ਪਰ ਇਹ ਜੁੜ ਨਹੀਂ ਦਿੰਦੀਆਂ। ਸਵੇਰ ਤੋਂ ਮਨ ਅੰਦਰ ਖਿਆਲ ਚੱਲਦਾ ਕਿ ਇਹ ਤੋਂ ਪੈਸੇ ਲੈਣੇ ਹੈ, ਇਹ ਤੋਂ ਦੇਣੇ ਹੈ, ਆਹ ਕੰਮ ਕਰਾਂਗਾ ਜਿਹਦੇ ਵਿੱਚੋਂ 4 ਪੈਸੇ ਕਮਾਏ ਜਾ ਸਕਣ। ਤਾਂ ਗੁਰੂ ਕੇ ਪਿਆਰਿਓ, ਪਰ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਵੀ ਸਾਨੂੰ ਇਹ ਸ਼ਬਦ ਕਹੇ ਹੈ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ, ਵਿਚਾਰ ਅੰਮ੍ਰਿਤ ਵੇਲੇ ਉੱਠ ਕੇ ਉਸ ਮਾਲਕ ਦੇ ਨਾਲ ਜੁੜਨਾ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ, ਕਿ ਅਸੀਂ ਅੰਜਨ ਮਾਹੇ ਨਿਰੰਜਨ ਦੇ ਅਰਥ ਕੇਵਲ ਇੱਕ ਨਹੀਂ ਕਰਨੇ ਕਿ ਪਰਿਵਾਰ ਵਿੱਚ ਰਹਿੰਦਿਆਂ ਨਿਰੰਕਾਰ ਨੂੰ ਪਾਇਆ ਜਾ ਸਕਦਾ। ਅਸੀਂ ਜਾਤ ਪਾਤ ਦੀ ਜਿਹੜੀ ਕਾਲਖ ਹੈ ਸੰਸਾਰ ਦੇ ਅੰਦਰ, ਇਸ ਕਾਲਖ ਦੇ ਵਿੱਚੋਂ ਵੀ ਅਸੀਂ ਅੰਜਨ ਮਾਹੇ ਨਿਰੰਜਨ ਰਹਿਣਾ। ਇਸ ਕਾਲਖ ਦੇ ਵਿੱਚੋਂ ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਲਹਿਰਾਂ ਵਗਦੀਆਂ ਨੇ, ਭ੍ਰਿਸ਼ਟਾਚਾਰੀ ਦੀਆਂ ਲਹਿਰਾਂ ਵਗਦੀਆਂ ਨੇ, ਤੇ ਇਹਦੇ ਵਿੱਚੋਂ ਵੀ ਅਸੀਂ ਨਿਰਲੇਪ ਰਹਿਣਾ ਹੈ। ਤੇ ਮੈਂ ਅਗਲੀ ਬੇਨਤੀ ਕਰਾਂ, ਅੱਜ ਦੇ ਸੰਦਰਭ ਦੇ ਵਿੱਚ ਜੇ ਵਾਤਾਵਰਨ ਦੇ ਆਪਾਂ ਵਰਤਮਾਨ ਦੇ ਸੰਦਰਭ ਦੇ ਵਿੱਚ ਗੱਲ ਕਰੀਏ, ਅੰਜਨ ਮਾਹੀ ਨਿਰੰਜਨ ਰਹੀ ਹੈ। ਅੰਜਨ ਮਾਹੀ ਨਿਰੰਜਨ ਰਹੀ ਹੈ। ਸਾਡੇ ਹੱਥਾਂ ਦੇ ਵਿੱਚ ਅੱਜ ਮੋਬਾਈਲ ਨੇ। ਮੈਂ ਕਹਾਂਗਾ ਅੱਜ ਬੜੇ ਵਧੀਆ ਢੰਗ ਦੇ ਨਾਲ ਸਾਡੇ ਪਿਆਰੇ ਬੱਚੇ ਬੜੇ ਪਿਆਰ ਦੇ ਨਾਲ ਵਿਦਵਾਨਾਂ ਦੇ ਪਾਸੋਂ ਜਾਂ ਸਿਮਰਨ ਕੀਤਾ ਜਾ ਰਿਹਾ ਹੈ ਜਾਂ ਗੁਰਬਾਣੀ ਨੂੰ ਸੁਣਿਆ ਜਾ ਰਿਹਾ ਹੈ। ਮੈਂ ਇਹ ਕਹਾਂਗਾ ਕਿ ਸਾਡੇ ਹੱਥ ਦੇ ਵਿੱਚ ਮੋਬਾਈਲ ਹੈ ਨਾ, ਇਹ ਵੀ ਇੱਕ ਕਾਲਖ ਦੀ ਤਰ੍ਹਾਂ ਹੀ ਹੈ। ਹੁਣ ਇਸ ਮੋਬਾਈਲ ਦੇ ਵਿੱਚ ਚੰਗੀਆਂ ਚੀਜ਼ਾਂ ਵੀ ਹੈ ਤੇ ਮਾੜੀਆਂ ਚੀਜ਼ਾਂ ਵੀ ਹੈ। ਹੁਣ ਇਸ ਮੋਬਾਈਲ ਦੇ ਵਿੱਚੋਂ ਆਪਾਂ ਚੰਗੀਆਂ ਚੀਜ਼ਾਂ ਬਾਹਰ ਕੱਢਣੀਆਂ ਨੇ ਤੇ ਮਾੜੀਆਂ ਤੋਂ ਪਾਸੇ ਹੋਣਾ। ਮੈਂ ਇਹਦੇ ਅੱਜ ਦੇ ਜਿਹੜੇ ਵਰਤਮਾਨ ਦੇ ਅਰਥ ਜਦੋਂ ਹੋਣਗੇ ਤਾਂ ਇਹੀ ਕੀਤੇ ਜਾਣਗੇ ਕਿ ਸਾਡੇ
ਹੱਥ ਦੇ ਵਿੱਚ ਮੋਬਾਈਲ ਹੈ। ਮੋਬਾਈਲ ਦੇ ਵਿੱਚ ਵੇਖੋ ਮਾੜੇ ਲੋਕਾਂ ਨੇ ਮਾੜੇ ਸ਼ਬਦ ਵੀ ਗਾਇਨ ਕੀਤੇ ਹੈ, ਚੰਗੇ ਲੋਕਾਂ ਨੇ ਚੰਗੇ ਸ਼ਬਦ ਗਾਇਨ ਕੀਤੇ ਹੈ। ਇੱਕ ਰੱਬ ਤੋਂ ਟੁੱਟੇ ਹੋਏ ਹੱਥ ਦੇ ਵਿੱਚ ਜੇ ਇਹ ਇੰਟਰਨੈਟ ਆ ਜਾਂਦਾ ਹੈ, ਇਹ ਮੋਬਾਈਲ ਆ ਜਾਂਦਾ ਹੈ, ਤੇ ਉਹ ਗੰਦੇ ਗੀਤ ਸੁਣਦਾ ਹੈ, ਮਾੜੇ ਵਚਨ ਸੁਣਦਾ ਹੈ। ਅੰਜਨ ਮਾਏ ਨਰਿੰਜਨ ਕਿਵੇਂ ਰਿਹਾ ਜਾ ਸਕਦਾ ਹੈ? ਤੇ ਜਿਸ ਸਮੇਂ ਅਸੀਂ ਗੁਰਬਾਣੀ ਨਾਲ ਜੁੜ ਜਾਂਦੇ ਹਾਂ, ਇਹੋ ਹੀ ਮੋਬਾਈਲ ਆ ਤੇ ਚੰਗਾ ਗੁਣ ਵੀ ਹਾਸਲ ਕੀਤਾ ਜਾ ਸਕਦਾ। ਕੋਈ ਵਧੀਆ ਰਾਗੀ ਸਾਹਿਬਾਨਾਂ ਨੇ ਸ਼ਬਦ ਗਾਇਨ ਕੀਤੇ ਹੈ, ਇਹ ਮੋਬਾਈਲ ਤੋਂ ਸੁਣੇ ਜਾ ਸਕਦੇ ਹੈ। ਕਈ ਵਿਦਵਾਨਾਂ ਨੇ ਚੰਗੇ ਚੰਗੇ ਲੇਖ ਸਾਡੇ ਸਾਹਮਣੇ ਰੱਖੇ ਹੈ, ਜਾਂ ਚੰਗੀਆਂ ਚੀਜ਼ਾਂ ਵੀ ਅਸੀਂ ਉਹਦੇ ਵਿੱਚੋਂ ਚੁਣ ਕੇ ਬਾਹਰ ਕੱਢ ਸਕਦੇ ਹਾਂ। ਬੜੀ ਸਿੱਖਿਆ ਲਈ ਜਾ ਸਕਦੀ ਹੈ। ਮੈਂ ਬੱਚਿਆਂ ਨੂੰ ਕਹਾਂਗਾ, ਜਦੋਂ ਆਪਾਂ ਗੁਰਬਾਣੀ ਦੇ ਅਰਥ ਕਰਨੇ ਆ, ਜਿੱਥੇ ਅਸੀਂ ਪੁਰਾਤਨਤਾ ਦੇ ਅਰਥ ਕਰਾਂਗੇ, ਉਸ ਸਮੇਂ ਵਰਤਮਾਨ ਦੇ ਅਰਥ ਵੀ ਕਰਨੇ ਜ਼ਰੂਰੀ ਹੈ। ਅੰਜਨ ਮਾਏ ਨਰਿੰਜਨ ਰਹੀਏ, ਮੋਬਾਈਲ ਨੂੰ ਅੰਜਨ ਮੰਨ ਲਈਏ ਤੇ ਇਹਦੇ ਵਿੱਚੋਂ ਨਰਿੰਜਨ ਕਿਵੇਂ ਰਹਿਣਾ, ਸਾਫ਼ ਸੁਥਰੇ ਕਿਵੇਂ ਰਹਿਣਾ। ਭਾਵੇਂ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬੜੇ ਪਿਆਰੇ ਜਿਹੇ ਬੋਲ ਕਹੇ ਹੈ। ਜਦੋਂ ਨੇਤਰਾਂ ਦੀ ਗੱਲ ਚੱਲੇਗੀ ਜਾਂ ਕੰਨਾਂ ਦੀ ਗੱਲ ਚੱਲੇਗੀ ਜਾਂ ਜੀਭਾ ਦੀ ਗੱਲ ਚੱਲੇਗੀ, ਤਾਂ ਇੱਕ ਇੱਕ ਸ਼ਬਦ ਸਤਿਗੁਰੂ ਨੇ ਸਾਡੇ ਸਾਹਮਣੇ ਰੱਖਿਆ। ਸਤਿਗੁਰੂ ਜੀ ਕਹਿੰਦੇ ਹੈ, ਸਰਾਵਣੋ ਮੇਰਿਓ ਸਾਚੈ ਸੁਣਨੈ ਨੌ ਪਠਾਏ, ਸਾਚੈ ਸੁਣਨੈ ਨੌ ਪਠਾਏ। ਸਰੀਰ ਲਾਏ, ਕਿਉਂ ਲਾਏ ਸਰੀਰ ਦੇ ਨਾਲ? ਕਿ ਸੁਣੋ ਸਤ ਬਾਣੀ। ਕੰਨਾਂ ਦੇ ਨਾਲ ਚੰਗਾ ਸੁਣਨਾ ਮੋਹਣ, ਸਰਾਵਣੀ ਇਹ ਨਾ ਸੁਣਾਏ। ਸਾਕਤ ਗੀਤ ਨਾਦ ਧੁਨ ਬੋਲਤ, ਬੋਲਤ ਬੋਲ ਅਜਾਏ। ਮੇਰੇ ਕੰਨੋਂ ਰੱਬ ਤੋਂ ਟੁੱਟੇ ਹੋਏ ਬੰਦਿਆਂ ਦੇ ਬੋਲ, ਰੱਬ ਤੋਂ ਟੁੱਟੇ ਹੋਏ ਸਾਕਤ ਲੋਕਾਂ ਦੇ ਬੋਲ ਦਾਤਾ ਜੀ ਮੇਰੇ ਕੰਨਾਂ ਦੇ ਵਿੱਚ ਨਾ ਪੈਣ ਦਿਓ। ਫਿਰ ਨੇਤਰਾਂ ਦੀ ਗੱਲ ਕੀਤੀ ਸਤਿਗੁਰੂ ਪਾਤਸ਼ਾਹ ਜੀ ਨੇ। ਸਤਿਗੁਰੂ ਜੀ ਕਹਿੰਦੇ ਆ, ਇਹ ਨੇਤਰੋ ਮੇਰਿਓ ਹਰ ਬਿਨ ਆਵਰ ਨਾ ਦੇਖੋ ਕੋਈ, ਹਰ ਬਿਨ ਆਵਰ ਨਾ ਦੇਖੋ ਕੋਈ। ਨਦਰੀ ਹਰ ਨਿਹਾਲਿਆ, ਇਹ ਬਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਹੁਣ ਇਹਨਾਂ ਅੱਖਾਂ ਨੇ ਪਰਾਈ ਬੱਚੀ ਦੇ ਵਿੱਚੋਂ ਆਪਣੀ ਬੱਚੀ ਵੇਖਣੀ ਹੈ, ਇਹਨਾਂ ਨੇਤਰਾਂ ਨੇ ਦੂਸਰੀ ਦੀ ਬੇਟੀ ਵਿੱਚੋਂ ਆਪਣੀ ਬੇਟੀ ਤੱਕਣੀ ਹੈ, ਦੂਸਰੇ ਦੀ ਭੈਣ ਵਿੱਚੋਂ ਆਪਣੀ ਭੈਣ ਦਾ ਰੂਪ ਵੇਖਣਾ ਹੈ। ਪਰ ਮਾਲਿਕ ਕਹਿੰਦੇ, ਨੇਤਰੋ ਮੇਰਿਓ ਹਰ ਬਿਨ ਆਵਰ ਨਾ ਦੇਖੋ ਕੋਈ, ਹਰ ਬਿਨ ਆਵਰ ਨਾ ਦੇਖੋ ਕੋਈ। ਨਦਰੀ ਹਰ ਨਿਹਾਲਿਆ, ਇਹ ਬਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ। ਇਹ ਤਾਂ ਇੱਕ ਪ੍ਰਮਾਤਮਾ ਦੀ ਸਾਜੀ ਹੋਈ ਸ੍ਰਿਸ਼ਟੀ ਹੈ, ਕਾਇਨਾਤ ਹੈ। ਇਸ ਸ੍ਰਿਸ਼ਟੀ ਦੇ ਵਿੱਚੋਂ ਅਸੀਂ ਪ੍ਰਮਾਤਮਾ ਦੇ ਦਰਸ਼ਨ ਕਰਨੇ। ਪਰ ਸੁਭਾਵਿਕ ਕੀ ਹੈ ਕਿ ਜਿਹੜੀ ਸਾਡੀ ਵਿਚਾਰ ਹੈ, ਜਿਹੜੀ ਸਾਡੀ ਸੋਚਣੀ ਹੈ, ਅਸੀਂ ਦੂਸਰੇ ਦੇ ਔਗਣਾਂ ਨੂੰ ਵੇਖਦੇ ਹਾਂ, ਆਪਣੇ ਗੁਣਾਂ ਨੂੰ ਵੇਖਦੇ ਹਾਂ। ਪਰ ਮੈਂ ਬੇਨਤੀ ਕਰਨ ਲੱਗਿਆ ਸਾਡੇ ਬੱਚਿਆਂ ਨੂੰ, ਸਾਡੇ ਵੀਰਾਂ ਨੂੰ, ਸਾਡੀਆਂ ਮਾਵਾਂ ਨੂੰ, ਭੈਣਾਂ ਨੂੰ, ਕਿ ਜ਼ਿੰਦਗੀ ਦੇ ਵਿੱਚ ਬਾਬਾ ਫਰੀਦ ਜੀ ਦਾ ਸ਼ਬਦ ਹੈ ਜਿਹੜਾ, ਉਹ ਪੱਕੇ ਤੌਰ ਤੇ ਧਾਰਨ ਕਰ ਲਈਏ। ਬਾਬਾ ਫਰੀਦ ਜੀ ਕਹਿੰਦੇ ਆ, ਜ਼ਿੰਦਗੀ ਦੇ ਅੰਦਰ ਦੂਜੇ ਦੇ ਔਗਣ ਵੇਖਿਆ ਨਾ ਕਰ, ਜੇ ਔਗਣ ਵੇਖਣਿਆ ਤੇ ਆਪਣੇ ਔਗਣ ਵੇਖ। ਦੂਜੇ ਦੇ ਗੁਣ ਤੱਕਣਾ ਤੇ ਆਪਣੇ ਔਗਣ ਵੇਖਣੇ ਸਤਿਗੁਰੂ ਜੀ ਨੇ ਸਾਨੂੰ ਸਿਖਾਇਆ। ਬਾਬਾ ਫਰੀਦ ਜੀ ਕਹਿੰਦੇ ਆ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪ ਨੜੇ ਗਿਰਿਵਾਨ ਮੈਂ, ਸਿਰ ਨੀਵਾਂ ਕਰ ਦੇਖ। ਆਪਣੇ ਅੰਦਰ ਝਾਤ ਮਾਰਿਆ ਕਰੀਏ ਕਿ ਮੈਂ ਕਿੰਨਾ ਔਗਣਹਾਰ ਹਾਂ। ਮਾਲਕ ਜੀ ਨੇ ਇੱਥੋਂ ਤੱਕ ਵੀ ਸ਼ਬਦ ਕਹੇ ਹੈ ਕਿ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵਿਖ ਖਾਹੀ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉਤਮ ਪੰਥ ਸੁਣਿਓ ਗੁਰ ਸਾਸ ਹੁਣੇ, ਸੁਣਿਓ ਗੁਰ ਸੰਗਤ, ਤੇ ਮਲੰਤ ਜਮ ਤਰਾਸ ਮਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਣਾਈ। ਸੋ ਆਓ ਆਪਾਂ ਅੰਜਨ ਮਾਏ ਨਰਿੰਜਨ ਰਹੀਏ ਦੇ ਅਰਥ
ਤਕਰੀਬਨ 4 ਭਾਗਾਂ ਦੇ ਵਿੱਚ ਵੰਡ ਕੇ ਕੀਤੇ ਹੈ। ਮੈਂ ਇੱਕ ਵਾਰੀ ਫਿਰ ਦੁਹਰਾ ਦੇਵਾਂ, ਤਕਰੀਬਨ ਦਿੱਤਾ ਹੋਇਆ ਸਮਾਂ ਸਮਾਪਤ ਹੈ ਤੇ ਮੈਂ ਬੇਨਤੀ ਕਰ ਰਿਹਾ ਸਾਂ ਕਿ ਇਹ ਸਮਾਜ ਦੇ ਵਿੱਚ ਜਿਹੜੇ 5ਵੇਂ ਸੰਦਰਭ ਦੇ ਵਿੱਚ ਆਪਾਂ ਇਹਦੇ ਅਰਥ ਕਰਾਂਗੇ। ਜਿਵੇਂ ਕਿ ਅੱਜ ਸਾਡੇ ਨੌਜਵਾਨ ਬੱਚੇ, ਨੌਜਵਾਨ ਬੱਚੀਆਂ ਨਸ਼ਿਆਂ ਦੇ ਵੱਲ ਤੁਰ ਪਏ ਨੇ। ਆਪਾਂ ਵੇਖ ਰਹੇ ਹਾਂ ਛੋਟੇ ਛੋਟੇ ਬੱਚੇ ਭੈੜੇ ਤੋਂ ਭੈੜੇ ਅੰਗਰੇਜ਼ੀ ਨਸ਼ੇ, ਜਿਨ੍ਹਾਂ ਨੇ ਸਾਡੀ ਜ਼ਿੰਦਗੀ ਨੂੰ ਬਰਬਾਦ ਕਰ ਦੇਣਾ। ਇਕੱਲੀ ਅਸੀਂ ਆਪ ਖੁਦ ਬਰਬਾਦ ਨਹੀਂ ਹੋਵਾਂਗੇ, ਸਾਡੇ ਬੱਚਿਆਂ ਦੇ ਭਵਿੱਖ ਨੇ ਬਰਬਾਦ ਹੋਣਾ ਹੈ, ਸਾਡੇ ਬਜ਼ੁਰਗਾਂ ਦੀ ਜੀਵਨੀ ਬਰਬਾਦ ਹੋ ਜਾਵੇਗੀ, ਸਾਡੀ ਜ਼ਮੀਨ ਜਾਇਦਾਦ, ਸਾਡੀਆਂ ਕਰੀਆਂ ਹੋਈਆਂ ਮਿਹਨਤਾਂ ਤੇ ਸਾਡੇ ਮਹਿਲ ਮਨਾਰੇ, ਸਾਡੀਆਂ ਜ਼ਮੀਨ ਜਾਇਦਾਦਾਂ ਸਭ ਕੁਝ ਤਬਾਹ ਹੋ ਜਾਣਗੀਆਂ। ਤੇ ਮੈਂ ਕਹਾਂਗਾ ਜੀ ਇਸ ਤਰੀਕੇ ਦੇ ਨਾਲ ਹੀ ਅਸੀਂ ਚੱਲਦੇ ਰਹੇ, ਜਾਗੇ ਨਾ, ਤੇ ਇੱਕ ਦਿਨ ਉਹ ਦਿਨ ਦੂਰ ਨਹੀਂ ਹੈ ਜਿਸ ਦਿਨ ਪੰਜਾਬ ਦੇ ਵਿੱਚੋਂ ਪੰਜਾਬੀਆਂ ਨੇ ਖਤਮ ਹੋ ਜਾਣਾ। ਜਿਸ ਦਿਨ ਸਾਡੀ ਇੰਨੀ ਭਿਆਨਕ ਮਾੜੀ ਹਾਲਤ ਹੋ ਜਾਣੀ ਹੈ ਕਿ ਕਿਉਂਕਿ ਅੱਜ ਆਪਾਂ ਵੇਖ ਰਹੇ ਹਾਂ ਕਿ ਸਾਡੀ ਨੌਜਵਾਨੀ, ਕਈ ਵੀਰ ਤੇ ਬਾਹਰਲੇ ਦੇਸ਼ਾਂ ਨੂੰ ਤੁਰ ਪਏ ਹੈ ਤੇ ਕਈ ਵੀਰ ਅੱਜ ਜਿਹੜੇ ਨਸ਼ਿਆਂ ਦੇ ਨਾਲ ਬਰਬਾਦ ਹੋ ਗਏ। ਜੇ ਮੈਂ ਥੋੜੇ ਜਿਹੇ ਪਿਛੋਕੜ ਵੱਲ ਨਜ਼ਰ ਮਾਰਾਂ ਤੇ ਕਈ ਵਾਰ ਆਪਾਂ ਵੇਖਦੇ ਹਾਂ ਸਾਡੀਆਂ ਜਵਾਨੀਆਂ ਨੂੰ ਹਕੂਮਤਾਂ ਨੇ ਵੀ ਜਿੱਥੇ ਕਾਤਲ ਕੀਤਾ ਹੈ, ਗੋਲੀਆਂ ਮਾਰੀਆਂ ਗਈਆਂ, ਨੌਜਵਾਨੀ ਦਾ ਘਾਣ ਕੀਤਾ ਗਿਆ, ਤਾਂ ਜਿੱਥੇ ਆਪਾਂ ਇਹ ਸੰਦਰਭ ਵੇਖ ਰਹੇ ਹਾਂ, ਇਹ ਪੱਖ ਵੇਖ ਰਹੇ ਹਾਂ ਜ਼ਿੰਦਗੀ ਦਾ ਕਿ ਸਾਨੂੰ ਮਾਰਿਆ ਜਾ ਰਿਹਾ ਹੈ, ਬੜੇ ਤਰੀਕੇ ਨਾਲ ਮਾਰਿਆ ਜਾ ਰਿਹਾ ਹੈ। ਕਿਤੇ ਗੋਲੀਆਂ ਮਾਰੀਆਂ, ਕਿਤੇ ਨਸ਼ੇ ਦੀਆਂ ਗੋਲੀਆਂ ਨਾਲ ਬਰਬਾਦ ਕੀਤਾ, ਕਿਤੇ ਰੁਜ਼ਗਾਰ ਦੇ ਵੱਲੋਂ ਸਾਨੂੰ ਪਰੇਸ਼ਾਨ ਕਰਕੇ ਸਾਡੀ ਜਵਾਨੀ ਬਾਹਰ ਵੱਲ ਦੌੜ ਰਹੀ ਹੈ। ਮੈਂ ਕਹਾਂਗਾ ਕਿ ਅੱਜ ਬਾਹਰ ਵੱਲ ਨਾ ਦੌੜੀਏ, ਆਪਣੇ ਪੰਜਾਬ ਨੂੰ ਬਚਾਈਏ। ਸੋਹਣੇ ਤੋਂ ਸੋਹਣੇ ਕਾਰਜ ਕਰੀਏ, ਵਧੀਆ ਪੜ੍ਹ ਲਿਖ ਕੇ। ਮੈਨੂੰ ਕਈ ਵਾਰ ਦੁੱਖ ਹੁੰਦਾ ਹੈ ਕਿ ਸਾਡੇ ਬੱਚੇ ਅੱਜ +2 ਤੋਂ ਬਾਅਦ ਆਈਲੈਟ ਕਰਕੇ ਕਹਿਣ ਲੱਗੇ ਜੀ ਅਸੀਂ ਕੈਨੇਡਾ ਜਾ ਰਹੇ ਹਾਂ, ਆਸਟ੍ਰੇਲੀਆ ਜਾ ਰਹੇ ਹਾਂ, ਅਮਰੀਕਾ ਜਾ ਰਹੇ ਹਾਂ। ਪਰ ਉੱਥੇ ਜਾ ਕੇ ਸਾਡੇ ਬਹੁਤ ਘੱਟ ਬੱਚੇ ਨੇ ਜਿਨ੍ਹਾਂ ਨੇ ਪੜ੍ਹਾਈ ਕਰਕੇ ਤੇ ਅਫਸਰ ਲੱਗੇ ਆ। ਮੈਂ ਕਹਾਂਗਾ ਇੱਥੇ ਹੀ ਰਹਿ ਕੇ ਅਸੀਂ ਪੜ੍ਹ ਲਿਖ ਕੇ ਕੋਈ IPS ਤੇ ਕੋਈ ਜੱਜ ਬਣੀਏ, ਕੋਈ ਵਕੀਲ ਬਣੀਏ, ਕੋਈ ਚੰਗੇ ਚੰਗੇ ਅਹੁਦਿਆਂ ਤੇ ਜਾਈਏ ਜਿੱਥੇ ਅਸੀਂ ਆਪਣਾ ਆਪ ਸੰਭਾਲਾਂਗੇ, ਉੱਥੇ ਅਸੀਂ ਕਈਆਂ ਦੀਆਂ ਜ਼ਿੰਦਗੀਆਂ ਨੂੰ ਹੋਰ ਵੀ ਸੰਭਾਲ ਸਕਦੇ ਹਾਂ। ਸੋ ਇਸ ਲਈ ਮੈਂ ਬੇਨਤੀ ਕਰਾਂਗਾ, ਨਸ਼ਿਆਂ ਦੇ ਵਿੱਚੋਂ ਅਸੀਂ ਨਿਰਲੇਪ ਰਹਿਣਾ ਹੈ, ਨਸ਼ਿਆਂ ਦੇ ਵਿੱਚੋਂ ਅੰਜਨ ਮਾਹੇ ਨਰੰਜਨ ਰਹਿਣਾ ਹੈ। ਇਸੇ ਲਈ 4-5 ਪੱਖ ਹੈ ਜਿਹੜੇ ਸਾਡੇ ਸਾਹਮਣੇ ਹੈ ਤੇ ਮੈਂ ਇੱਕ ਇਹਨਾਂ ਦੇ ਵਿੱਚੋਂ ਫਿਕਰਾ ਪਹਿਲਾਂ ਕਹਿ ਚੁੱਕਿਆ ਕਿ ਅੱਜ ਆਪਣੇ ਦੀ ਇੱਜ਼ਤ ਨੂੰ ਗੀਤਾਂ ਦੇ ਰਾਹੀਂ ਨੰਗਾ ਕੀਤਾ ਜਾ ਰਿਹਾ ਹੈ, ਕਿਵੇਂ ਸਾਡੀਆਂ ਇੱਜ਼ਤਾਂ ਨੂੰ ਰੋਲਿਆ ਜਾ ਰਿਹਾ ਹੈ। ਸੋ ਮੈਂ ਕਹਾਂਗਾ ਸਾਡੇ ਉਹਨਾਂ ਬੱਚਿਆਂ ਨੂੰ, ਉਹਨਾਂ ਵੀਰਾਂ ਨੂੰ, ਉਹਨਾਂ ਭਰਾਵਾਂ ਨੂੰ ਅੱਗੇ ਲੈ ਕੇ ਜਾਈਏ ਜਿਹੜੇ ਸਤਿਗੁਰੂ ਜੀ ਦੀ ਬਾਣੀ ਨਾਲ ਜੁੜੇ ਨੇ। ਮੈਂ ਕਹਾਂਗਾ ਉਹਨਾਂ ਲੋਕਾਂ ਨੂੰ ਹਾਈਲਾਈਟ ਨਾ ਕਰੀਏ ਜਿਹੜੀ ਸਾਡੀ ਇੱਜ਼ਤ ਨੂੰ ਛੱਜ ਦੇ ਵਿੱਚ ਪਾ ਕੇ ਰੋਲ ਰਹੇ ਨੇ, ਜਿਹੜੇ ਸਾਡੇ ਭਵਿੱਖ ਨੂੰ ਕਿਤੇ ਗੀਤਾਂ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਕਿ ਅੱਜ ਦਾ ਜਿਹੜਾ ਜੱਟ ਹੈ ਉਹ ਹੱਥ ਦੇ ਵਿੱਚ ਨੰਦਾੜੀ ਰੱਖਦਾ ਹੈ, ਉਹ ਹੱਥ ਦੇ ਵਿੱਚ ਪਿਸਤੌਲ ਰੱਖਦਾ ਹੈ, ਘਰ ਦੀ ਸ਼ਰਾਬ ਪੀਂਦਾ ਹੈ, ਲੜਾਈਆਂ ਕਰਦਾ ਹੈ ਤੇ ਅਦਾਲਤਾਂ ਦੇ ਵਿੱਚ ਉਹਨਾਂ ਤੇ ਕੇਸ ਚੱਲਦੇ ਨੇ। ਸਾਡੇ ਬੱਚਿਆਂ ਦੀ ਜਿਹੜੀ ਸੋਚ ਹੈ ਉਹ ਨੈਗੇਟਿਵ ਵੱਲ ਜਿਹੜੀ ਧਕੇਲੀ ਜਾ ਰਹੀ ਹੈ, ਇਸ ਤਰ੍ਹਾਂ ਦੀ ਸੋਚ ਦਿੱਤੀ ਜਾ ਰਹੀ ਹੈ। ਪਰ ਮੈਂ ਬੇਨਤੀ ਕਰਾਂਗਾ, ਪੰਜਾਬ ਦਾ ਕਿਸਾਨ ਇਸ ਤਰ੍ਹਾਂ ਦਾ ਨਹੀਂ ਹੈ ਕਿ ਲੜਾਈਆਂ ਕਰਨ ਵਾਲਾ, ਸ਼ਰਾਬਾਂ ਪੀਣ ਵਾਲਾ। ਇਹ ਤੇ ਪੰਜਾਬ ਦੀ ਧਰਤੀ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਸ਼ਬਦ ਵਰਤੇ ਹੈ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਇਹਨੂੰ ਸੋਹਣਾ ਬਣਾਈਏ, ਇਹਨੂੰ ਸੁੰਦਰ ਬਣਾਈਏ, ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਨਾਲ ਜੁੜੀਏ
ਮੈਂ ਜਾਂਦਾ ਜਾਂਦਾ ਬੇਨਤੀ ਇਹ ਵੀ ਜ਼ਰੂਰ ਕਰਾਂਗਾ, ਬੜਾ ਲੰਮਾ ਸਮਾਂ ਹੋ ਗਿਆ ਸਾਨੂੰ ਸ਼ਲੋਕ ਪੜ੍ਹਦਿਆਂ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਬਖਸ਼ਿਸ਼। ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ। ਬੜਾ ਲੰਮਾ ਸਮਾਂ ਹੋ ਗਿਆ ਇਹ ਸ਼ਬਦ ਪੜ੍ਹਦਿਆਂ ਨੂੰ, ਪਰ ਆਪਾਂ ਨੂੰ ਇਹ ਵੀ ਫਰਜ਼ ਬਣਦਾ ਹੈ ਕਿ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਪਾਵਨ ਨੂੰ ਸਵਸਥ ਰੱਖੀਏ, ਪਾਣੀ ਨੂੰ ਸਵਸਥ ਰੱਖੀਏ ਅਤੇ ਧਰਤੀ ਤੇ ਸਾਫ਼ ਸਫਾਈ ਬਣਾਈਏ। ਸਤਿਗੁਰੂ ਕਲਗੀਧਰ ਪਾਤਸ਼ਾਹ ਕੁਦਰਤ ਨੂੰ ਕਿੰਨਾ ਪਿਆਰ ਕਰਦੇ ਨੇ। ਇੱਕ ਛੋਟੀ ਜਿਹੀ ਘਟਨਾ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਜੀ ਨੂੰ ਇੱਕ ਵਾਰ ਇੱਕ ਫਕੀਰ ਇੱਕ ਫੁੱਲ ਤੋੜ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰੱਖ ਦਿੰਦਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਸ ਫਕੀਰ ਨੂੰ ਛਾਤੀ ਨਾਲ ਲਾ ਕੇ ਕਿਹਾ ਸੀ ਕਿ ਫਕੀਰਾ, ਤੈਨੂੰ ਪਤਾ ਨਹੀਂ, ਠੀਕ ਹੈ ਤੇਰਾ ਆਏ ਦਾ ਸਤਿਕਾਰ ਹੈ, ਅੱਜ ਤੂੰ ਸਾਡੇ ਦਰ ਤੇ ਮਹਿਮਾਨ ਹੈ, ਸਾਡੇ ਘਰ ਚੱਲ ਕੇ ਆਇਆ, ਤੇਰਾ ਸਤਿਕਾਰ ਹੈ, ਪਰ ਅੱਜ ਤੂੰ ਬਹੁਤ ਵੱਡਾ ਪਾਪ ਕੀਤਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹ ਸ਼ਬਦ ਕਹੇ ਸੀ ਕਿ ਕੁਦਰਤ ਦਾ ਕਣ ਕਣ ਮੇਰਾ ਅੰਗ ਹੈ, ਅੱਜ ਤੂੰ ਫਕੀਰਾ ਫੁੱਲ ਨਹੀਂ ਤੋੜਿਆ, ਤੂੰ ਮੇਰਾ ਅੰਗ ਤੋੜਿਆ ਹੈ। ਇਸੇ ਲਈ ਮੈਂ ਬੱਚਿਆਂ ਨੂੰ ਬੇਨਤੀ ਕਰਾਂਗਾ, ਆਪਣੇ ਘਰਾਂ ਦੇ ਵਿੱਚ ਸੋਹਣੇ ਸੋਹਣੇ ਫੁੱਲ, ਸੋਹਣੇ ਸੋਹਣੇ ਪੌਦੇ ਲਾਈਏ। ਇਹ ਕਾਲਖ ਦੇ ਵਿੱਚੋਂ ਵੀ ਬਚਿਆ ਜਾ ਸਕਦਾ ਹੈ। ਕਿੰਨੀਆਂ ਬਿਮਾਰੀਆਂ ਅੱਜ ਜਿਹੜੀਆਂ ਸਾਡੇ ਸਰੀਰਾਂ ਨੂੰ, ਕਿੰਨੀਆਂ ਭਿਆਨਕ ਬਿਮਾਰੀਆਂ ਨੇ, ਕਿਵੇਂ ਅੱਜ ਸਾਡੀ ਜਵਾਨੀ ਹਾਰਟ ਅਟੈਕ ਦੇ ਮਰੀਜ਼, ਬ੍ਰੇਨ ਅਟੈਕ, ਹਾਰਟ ਅਟੈਕ, ਪਤਾ ਨਹੀਂ ਕਿੰਨੀਆਂ ਬਿਮਾਰੀਆਂ ਅੱਜ ਸਾਡੇ ਸਰੀਰ ਨੂੰ ਲੱਗ ਚੁੱਕੀਆਂ। ਮੈਂ ਕਹਾਂਗਾ ਬਾਜ਼ਾਰੀ ਖਾਣੇ ਨੂੰ ਬੰਦ ਕਰਕੇ ਆਪਣੇ ਘਰਾਂ ਦੇ ਵਿੱਚ ਆਪ ਤਿਆਰ ਕਰਕੇ, ਹੱਥੀਂ ਤਿਆਰ ਕਰਕੇ ਜੋ ਵੀ ਛਕਣਾ ਉਹ ਛਕੀਏ। ਸਾਦਾ ਖਾਣਾ ਸਾਡੀ ਜ਼ਿੰਦਗੀ ਨੂੰ ਬਚਾ ਸਕਦਾ ਹੈ। ਤੇ ਵੱਧ ਤੋਂ ਵੱਧ ਮੈਂ ਕਹਾਂਗਾ ਵਿੱਦਿਆ ਦੇ ਵੱਲ ਧਿਆਨ ਦਿਓ। ਹਰ ਘਰ ਦੇ ਵਿੱਚ ਲਾਇਬ੍ਰੇਰੀ ਹੋਣੀ ਚਾਹੀਦੀ ਹੈ। ਮੈਂ ਇਹ ਜਾਂਦਾ ਬੇਨਤੀ ਕਰਾਂਗਾ ਕਿ ਸਾਡੇ ਘਰ ਦੇ ਵਿੱਚ ਟੇਬਲ ਦੇ ਉੱਤੇ ਸ਼ਰਾਬ ਦੀ ਬੋਤਲ ਨਹੀਂ ਹੋਣੀ ਚਾਹੀਦੀ। ਸਾਡੇ ਘਰ ਦੇ ਵਿੱਚ ਕਿਤਾਬ ਹੋਣੀ ਚਾਹੀਦੀ ਹੈ। ਅੱਜ ਸਾਡੇ ਘਰਾਂ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਆ ਗਈਆਂ, ਸਾਡੇ ਘਰਾਂ ਦੇ ਵਿੱਚੋਂ ਜਪਜੀ ਸਾਹਿਬ ਦੇ ਗੁਟਕੇ ਚਲੇ ਗਏ। ਸੋ ਵਾਪਸ ਮੁੜੀਏ, ਆਪਣੇ ਘਰਾਂ ਦੇ ਵਿੱਚ ਗੁਰਬਾਣੀ ਲੈ ਕੇ ਆਈਏ। ਗੁਰਬਾਣੀ ਇਸ ਜੱਗ ਮੈਂ ਚਾਨਣ, ਕਰਮ ਵਸੈ ਮਨ ਆਏ। ਸੋ ਬੀਬੀਆਂ ਨੂੰ ਬੇਨਤੀ ਕਰਾਂਗਾ, ਜਿੰਨੀ ਕੁ ਬਾਣੀ ਪੜ੍ਹਨੀ ਆਉਂਦੀ ਹੈ ਪੜ੍ਹਿਆ ਕਰੋ। ਆਪਣੇ ਘਰਾਂ ਦੇ ਵਿੱਚ ਸਤਿਗੁਰੂ ਦੀ ਬਾਣੀ ਲੈ ਕੇ ਆਈਏ। ਸੋ ਮੈਂ ਫੇਰ ਦੁਹਰਾ ਦੇਵਾਂ, ਅੱਜ ਦਾ ਵਿਸ਼ਾ ਸੀ ਅੰਜਨ ਮਾਹੇ ਨਰੰਜਨ ਰਹੀਏ। ਕਿਵੇਂ ਆਪਾਂ ਪਰਿਵਾਰ ਵਿੱਚ ਰਹਿੰਦੇ ਨਿਰੰਕਾਰ ਨੂੰ ਮਿਲ ਸਕਦੇ ਹਾਂ, ਕਿਵੇਂ ਇਸ ਜਾਤ ਪਾਤ ਦੇ ਜਿਹੜੇ ਕਾਲਖ ਫੈਲੀ ਹੈ, ਇਸ ਜਾਤ ਪਾਤ ਤੋਂ ਆਪਾਂ ਕਿਵੇਂ ਬਾਹਰ ਨਿਕਲੀਏ, ਕਿਵੇਂ ਅੱਜ ਨਸ਼ਿਆਂ ਦਾ ਦੌਰ ਚੱਲਦਾ ਹੈ, ਇਹ ਤੋਂ ਵੀ ਕਿਵੇਂ ਆਪਾਂ ਰਹਿਣ ਪਾਸੇ ਬਚਣਾ ਹੈ, ਕਿਵੇਂ ਪਾਸੇ ਰਹਿਣਾ, ਕਿਵੇਂ ਬਚਣਾ ਹੈ। ਫਿਰ ਆਪਾਂ ਗੱਲ ਕਰੀ ਸੀ, ਅੱਜ ਸਾਡੇ ਹੱਥ 'ਚ ਮੋਬਾਈਲ ਹੈ, YouTube ਹੈ, ਫੇਸਬੁੱਕ ਹੈ, ਬੜੀਆਂ ਐਪਾਂ ਨੇ ਜਿਨ੍ਹਾਂ ਦੇ ਵਿੱਚ ਚੰਗਾ ਵੀ ਹੈ ਤੇ ਮਾੜਾ ਵੀ ਹੈ। ਅਸੀਂ ਇਸ ਮੋਬਾਈਲ ਦੇ ਵਿੱਚ ਚੰਗੀਆਂ ਗੱਲਾਂ ਸਿੱਖੀਏ, ਮਾੜੀਆਂ ਨੂੰ ਪਾਸੇ ਕਰੀਏ। ਇਹ ਹੱਥ ਵਿੱਚ ਕਾਲਖ ਵੀ ਹੈ, ਜੇ ਮਾੜਾ ਦੇਖਾਂਗੇ। ਇਹ ਹੱਥ ਵਿੱਚ ਚੰਗਾ ਪ੍ਰੋਜੈਕਟ ਵੀ ਹੈ, ਜੇ ਚੰਗਾ ਵੇਖਾਂਗੇ। ਸੋ ਆਖਰੀ ਸਮੇਂ ਮੈਂ ਇੱਕੋ ਹੀ ਸ਼ਬਦ ਕਹਾਂਗਾ, ਅੰਤਰ ਗੁਰ ਆਰਾਧਨਾ, ਜੇਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਾਵਣੀ ਸੁਨਣਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ, ਦਰਗਹਿ ਪਾਈਐ ਠਾਉ। ਮਾਲਕ ਕਹਿਣ ਲੱਗੇ ਆ ਜ਼ਿੰਦਗੀ ਬਣਾ ਲੈ। ਅੰਤਰ ਗੁਰ ਆਰਾਧਨਾ, ਹਿਰਦੇ ਤੋਂ ਰੱਬ ਨੂੰ ਯਾਦ ਕਰਿਆ ਕਰ। ਅੰਤਰ ਗੁਰ ਆਰਾਧਨਾ, ਜੇਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਅੱਖਾਂ ਨਾਲ ਸਤਿਗੁਰੂ ਦੇ ਦਰਸ਼ਨ ਕਰਨੇ। ਨੇਤਰੀ ਸਤਿਗੁਰ ਪੇਖਣਾ, ਸਰਾਵਣੀ ਸੁਣਨਾ ਗੁਰ ਨਾਉ, ਕੰਨਾਂ ਦੇ ਨਾਲ ਸਤਿਗੁਰੂ ਦੀ ਬਾਣੀ ਸੁਣਨਾ। ਸਤਿਗੁਰ ਸੇਤੀ ਰਤਿਆਂ,
ਸਤਿਗੁਰੂ ਦੇ ਨਾਲ ਗੂੜਾ ਰਿਸ਼ਤਾ ਬਣਾ ਲਈਏ, ਗੁਰੂ ਨਾਲ ਗੂੜਾ ਪਿਆਰ ਬਣਾ ਲਈਏ। ਕਿਤੇ ਸਾਡੀ ਜ਼ਬਾਨ ਵਿੱਚੋਂ ਸ਼ਬਦ ਨਿਕਲਣਾ, ਸਤਿਗੁਰੂ ਜੀ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਸੋ ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਬ ਪਾਈਐ। ਸੋ ਇਸ ਤਰ੍ਹਾਂ ਸਾਨੂੰ ਗੁਰੂ ਨੇ ਜੀਵਨ ਜੁਗਤ ਦਿੱਤੀ ਹੈ। ਸਾਨੂੰ ਗੁਰੂ ਨੇ ਸਿਧਾਂਤ ਦਿੱਤਾ ਹੈ ਕਿਵੇਂ ਅੰਜਨ ਦੇ ਵਿੱਚ ਰਹਿੰਦਿਆਂ ਹੋਇਆਂ ਨਿਰੰਜਨ ਰਿਹਾ ਜਾ ਸਕਦਾ ਹੈ। ਨਿਰੰਜਨ ਸ਼ਬਦ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਰੱਬ ਲਈ ਵਰਤਿਆ। ਜਪਜੀ ਸਾਹਿਬ ਦੇ ਅੰਦਰ ਵੀ ਨਿਰੰਜਨ ਸ਼ਬਦ ਕਈ ਵਾਰ ਆਇਆ। ਸੋ ਬੱਚਿਆਂ ਨੂੰ ਬੇਨਤੀ ਕਰਾਂਗਾ, ਤੁਸੀਂ ਆਪ ਧਿਆਨ ਮਾਰ ਲੈਣਾ। ਜਿੱਥੇ ਰੱਬ ਲਈ ਨਿਰੰਜਨ ਆਇਆ ਉੱਥੇ ਆਪਾਂ ਵੀ ਨਿਰੰਜਨ ਰਹਿਣਾ, ਕਾਲਖ ਤੋਂ ਦੁੱਖ ਦੂਰ ਰਹਿਣਾ। ਸੋ ਮੈਂ ਧੰਨਵਾਦ ਕਰਾਂਗਾ ਸਮੁੱਚੀ ਟੀਮ ਦਾ, ਭਾਈ ਜਸਵੀਰ ਸਿੰਘ ਜੀ ਦਾ, ਜਿਨ੍ਹਾਂ ਨੇ ਦਾਸ ਨੂੰ ਸੰਗਤਾਂ ਦੇ ਦਰਸ਼ਨ ਕਰਵਾਏ ਤੇ ਸਮਾਂ ਦੇ ਕੇ ਨਵਾਜਿਆ। ਸਾਰਿਆਂ ਦਾ ਧੰਨਵਾਦ ਹੈ। ਵੀਰ ਜੀ ਦਾ ਬਹੁਤ ਧੰਨਵਾਦ ਜੀ। ਉਹਨਾਂ ਨੇ ਕਿ ਆਪਣੇ ਅੰਜਨ ਮਾਹੇ ਨਿਰੰਜਨ ਤੇ ਵਿਚਾਰ ਰੱਖੇ ਤੇ ਆਓ ਆਪ ਵੀ ਉਪਰਾਲਾ ਕਰੇ ਕਿ ਵੀ ਦੇ ਲੜ ਲਾ ਕੇ ਬਾਣੀ ਨੂੰ ਸਮਝ ਕੇ ਪੜੀ ਤੇ ਜਾਤਾ ਪਾਤਾ ਦੂਰ ਰਹੀਏ ਤੇ ਅੰਮ੍ਰਿਤ ਲਾ ਵੀਰ ਜੀ ਅੰਮ੍ਰਿਤ ਦਾ ਸੱਚ ਨਾਮ ਵਡਿਆਈ ਚਾਰ ਅੰਮ੍ਰਿਤ ਵੇਲੇ ਨੂੰ ਸੰਭਾਲੀਏ। ਗੁਰਬਾਣੀ ਇਸ ਜਗ ਮਹਿ ਚਾਨਣ। ਔਰ ਜਿਸ ਤਰ੍ਹਾਂ ਵੀਰ ਜੀ ਨੇ ਵਧੀਆ ਵਿਚਾਰਾਂ ਰੱਖੀਆਂ, ਆਓ ਹੁਣ ਆਪਾਂ ਬੱਚਿਆਂ ਦੇ ਹੈਂਡ ਰੇਜ਼ ਕਿ ਕੁਝ ਬੱਚਿਆਂ ਨੂੰ ਆਪਾਂ ਲੈ ਲਈਏ। ਬੱਚਿਆਂ ਨੂੰ ਬੇਨਤੀ ਉਹ ਕੁਐਸਚਨ ਪੁੱਛੇ ਜਾਣ ਜਿਹੜਾ ਕਿ ਅੱਜ ਵੀਰ ਜੀ ਨੇ ਅੰਜਨ ਮਾਹੇ ਨਿਰੰਜਨ ਰੱਖਿਆ ਸੀ। ਤੇ ਬੱਚਿਆਂ ਨੂੰ ਬੇਨਤੀ ਕਰਾਂਗੇ ਕਿ ਜਿਨ੍ਹਾਂ ਦੀ ਵੀਡੀਓ ਆਨ ਹੋਗੀ ਉਹਨਾਂ ਨੂੰ ਹੀ ਆ ਜਾਵੇਗਾ ਤੇ ਆਪਣੀ ਵੀਡੀਓ ਤੇ ਆਨ ਕਰ ਲੈਣ ਜੀ। ਸਭ ਤੋਂ ਪਹਿਲਾਂ ਬੇਨਤੀ ਕਰਾਂਗੇ ਕਿ ਬੇਟੀ ਰੁਪਿੰਦਰ ਕੌਰ EP ਨੰਬਰ 11170 ਨੂੰ ਕਰ ਲਿਆ ਜਾਵੇ ਜੀ। ਰੁਪਿੰਦਰ ਕੌਰ ਜੀ। ਵਾਹਿਗੁਰੂ। ਹਾਂਜੀ ਹੁਣ ਆ ਜੀ। am I audible ma'am? ਯੈਸ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਕਲੀ ਬਹੁਤ ਧੰਨਵਾਦ ਸਾਨੂੰ ਇੰਨੀ ਵਧੀਆ ਸਿੱਖਿਆ ਦੇਣ ਲਈ। ਮੈਂ ਕਹਿਣਾ ਚਾਹੁੰਦੀ ਹਾਂ ਕਿ ਜੋ ਅਸੀਂ ਕ੍ਰੋਧ ਆਪਣੇ ਮਨ ਵਿੱਚ ਲਿਆਉਂਦੇ ਉਸ ਨੂੰ ਹਟਾਉਣਾ ਚਾਹੀਦਾ ਵਾ, ਕਿਉਂਕਿ ਕ੍ਰੋਧ ਨਾਲ ਸਾਡੇ ਸਾਰੇ ਕੰਮ ਗਲਤ ਹੋ ਜਾਂਦੇ ਆ। ਜੇਕਰ ਅਸੀਂ ਪਿਆਰ ਨਾਲ ਸਭ ਨੂੰ ਸਮਝਾਵਾਂਗੇ ਤਾਂ ਸਾਡੇ ਮਸਲੇ ਜੋ ਵਧੀਆ ਸਹੀ ਕੰਮ ਕਰਨਗੇ, ਕਿਉਂਕਿ ਕ੍ਰੋਧ ਨਾਲ ਗੁੱਸੇ ਨਾਲ ਅਸੀਂ ਕੋਈ ਵੀ ਕੰਮ ਹਾਸਿਲ ਨਹੀਂ ਕਰ ਸਕਦੇ। ਤੇ ਸਾਨੂੰ ਜੇਕਰ ਕਦੇ ਵੀ ਬੁਰੇ ਮਨ ਵਿੱਚ ਖਿਆਲ ਆਉਂਦੇ ਆ ਤਾਂ ਸਾਨੂੰ ਸਮਝਣਾ ਚਾਹੀਦਾ, ਸੋਚਣਾ ਚਾਹੀਦਾ ਵਾ ਕਿ ਪਰਮਾਤਮਾ ਅੰਗ ਸੰਗ। ਜੇਕਰ ਅਸੀਂ ਇਹੀ ਸੋਚ ਲਗੇ ਕਿ ਪਰਮਾਤਮਾ ਹਮੇਸ਼ਾ ਸਾਡੇ ਨਾਲ, ਅਸੀਂ ਕਦੇ ਬੁਰੇ ਹਾਲ ਨਹੀਂ ਸੋਚ ਸਕਦੇ। ਇਸ ਕਰਕੇ ਪਰਮਾਤਮਾ ਹਮੇਸ਼ਾ ਆਪਣੇ ਨਾਲ ਸਮਝਣਾ ਚਾਹੀਦਾ ਵਾ, ਕਦੇ ਵੀ ਕਿਸ ਕਰਨਾ ਨਹੀਂ ਚਾਹੀਦਾ। ਬਾਣੀ ਪੜ੍ਹਨੀ ਚਾਹੀਦੀ, ਬਾਣੀ ਸਮਝਦੀ ਆ ਕਿ ਸਾਨੂੰ ਕਿਸੇ ਨੂੰ ਧਾਰਨ ਕਰਨੇ ਚਾਹੀਦੇ। ਬਾਣੀ ਵਿੱਚ ਸਮਝਾਇਆ ਜਾਂਦਾ ਕਿ ਸਭ ਨੂੰ ਖਿਮਾ ਕਰ, ਪਿਆਰ ਨਾਲ ਤੇ ਨਿਰਭੈ ਵਿੱਚ ਰਹਿਣਾ ਸਿਖਾਇਆ ਜਾਵਾ। ਇਸ ਕਰਕੇ ਬਾਣੀ ਜ਼ਰੂਰ ਪੜ੍ਹਨੀ ਚਾਹੀਦੀ ਹੈ ਤੇ ਆਪਣੇ ਗੁਣ ਜੋ ਆਪਣੇ ਸੁਧਾਰ ਲਿਆਉਣਾ ਚਾਹੀਦਾ ਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਇਸ ਤੋਂ ਬਾਅਦ EPP ਨੰਬਰ 16117 ਜਸਮੀਤ ਕੌਰ ਨੂੰ ਸਪੋਰਟ ਕਰ ਲਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬੋਲੋ ਫਤਿਹ। ਬੇਟਾ। ਸਭ ਤੋਂ ਪਹਿਲਾਂ ਮੈਂ ਸਰ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਬਹੁਤ ਵਧੀਆ ਸਿੱਖਿਆ ਦਿੱਤੀ। ਮੈਂ ਅੱਜ ਕੁਛ ਕਵਿਤਾ ਸੁਣਾਉਣਾ ਚਾਹੁੰਦੀ ਹਾਂ। ਸ਼ਾਨ ਵੱਖਰੀ ਮੇਰੇ ਸੋਹਣੇ ਪੰਜਾਬ ਦੀ, ਸਾਰਿਆਂ ਫੁੱਲਾਂ ਵਿੱਚ ਜਿਵੇਂ ਫੁੱਲ ਗੁਲਾਬ ਦੀ, ਸਾਰੇ ਰਾਜਾਂ ਵਿੱਚੋਂ ਲੱਗਦਾ ਨਿਆਰਾ, ਸਾਨੂੰ ਆਪਣਾ ਪੰਜਾਬ ਜਾਨ ਤੋਂ ਵੀ ਪਿਆਰਾ। ਇਸ ਦੀ ਉਪਜਾਊ ਮਿੱਟੀ ਸੋਨਾ ਹੈ ਉਗਾਉਂਦੀ, ਪੂਰੇ ਦੇਸ਼ ਵਿੱਚ ਖੁਸ਼ਹਾਲੀ ਹੈ ਲਿਆਉਂਦੀ, ਪੈਦਾਵਾਰ ਕਰੇ ਅੰਨ ਦੀ ਇਹ ਤਾਂ ਵੇਸ਼ਮਾਰੀ, ਤਾਈਓ ਤਾਂ ਆਖੀਏ ਦੇਸ਼ ਦਾ ਅੰਨ ਭੰਡਾਰ। ਧਰਤੀ ਇਸ ਦੀ ਬੜੀ ਹੈ ਭਾਗਸ਼ਾਲੀ, ਗੁਰੂਆਂ ਪੀਰਾਂ ਯੋਧਿਆਂ ਨੂੰ ਜਨਮ ਦੇਣ ਵਾਲੀ, ਗੱਭਰੂ ਇਸ ਦੇ ਲੱਗਦੇ ਨੇ ਛੈਲ ਛਬੀਲੇ, ਸੋਹਣੇ ਸੁਨੱਖੇ ਨੇ ਤੇ ਬੜੇ ਹੀ ਅਣਖੀਲੇ, ਜ਼ੁਲਮ ਦੇ ਅੱਗੇ ਕਦੇ ਸ਼ੀਸ਼ ਨਾ ਝੁਕਾਉਂਦੇ, ਵੈਰੀਆਂ ਨੂੰ ਤਾਂ ਇਹ ਜੜੋਂ ਮਾਰ ਮੁਕਾਉਂਦੇ, ਮੁਟਿਆਰਾਂ ਦੀ ਨਿਰਾਲੀ ਬੜੀ ਸ਼ਾਨ, ਸਲਵਾਰ ਕਮੀਜ਼
ਅੱਜ ਫੁਲਕਾਰੀ ਚਾਵਾਂ ਨਾਲ ਪਾਣ ਮਾਂ ਬੋਲੀ ਪੰਜਾਬੀ ਹੈ। ਪੰਜਾਬ ਦੀ ਪਟਰਾਨੀ ਮਿਠਾਸ ਵਿੱਚ ਇਸ ਬੋਲੀ ਦਾ ਲੱਭੇ ਨਾ ਕੋਈ ਹਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਫਤਿਹ। ਉਸ ਤੋਂ ਬਾਅਦ EPP ਨੰਬਰ 1481 ਸੰਗਰੂਰ ਨੇ ਇਹਨਾਂ ਨੂੰ ਕਰ ਲਿਆ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਜੀ ਕਿ ਉਹਨਾਂ ਨੇ ਸਾਨੂੰ ਇੰਨੀ ਵਧੀਆ ਨੌਲੇਜ ਦਿੱਤੀ, ਕਿਉਂਕਿ ਅੱਜ ਕੱਲ ਜੋ ਸਾਡਾ ਮਨ ਹੈ ਨਾ ਉਹ ਗਲਤ ਰਸਤੇ ਤੇ ਜ਼ਿਆਦਾ ਦੌੜਦਾ ਹੈ। ਭਾਵ ਜੇਕਰ ਆਪਾਂ ਕਦੇ ਵੀ ਕਿਸੇ ਵੀ ਮੋੜ ਤੇ ਜਾਈਏ ਤਾਂ ਆਪਣਾ ਮਨ ਸਹੀ ਰਸਤੇ ਨੂੰ ਛੱਡ ਕੇ ਹਮੇਸ਼ਾ ਗਲਤ ਰਸਤੇ ਤੇ ਤੁਰਦਾ। ਇਸ ਲਈ ਜੋ ਅੱਜ ਦੀ ਆਪਣੀ ਟੀਨ ਜਨਰੇਸ਼ਨ ਹੈ, ਇਸ ਨੂੰ ਕੀ ਲੋੜ ਹੈ ਕਿ ਇਹ ਸਹੀ ਰਸਤੇ ਤੇ ਤੁਰੇ, ਵਿਕਾਰਾਂ ਤੋਂ ਬਚੇ, ਗਲਤ ਰਸਤੇ ਤੋਂ ਬਚੇ ਅਤੇ ਸਹੀ ਰਸਤੇ ਗੁਰੂ ਸਾਹਿਬ ਜੀ ਦੇ ਹੁਕਮ ਤੇ ਚੱਲੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ। ਹੁਣ ਆਪਾਂ ਇੱਕ ਅੱਧਾ ਬੱਚਾ ਲਵਾਂਗੇ ਕਿਉਂਕਿ ਸਮਾਂ ਹੋ ਚੁੱਕਿਆ ਹੈ। EPP ਨੰਬਰ 13906 ਨੂੰ ਮੋਗਾ ਜ਼ੋਨ ਨੂੰ ਸਪੋਰਟ ਕਰ ਲਿਆ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਫਤਿਹ ਜੀ। ਮੇਰਾ ਨਾਮ ਪਲਕਪ੍ਰੀਤ ਕੌਰ, ਮੈਂ ਮੋਗਾ ਜ਼ੋਨ ਤੋਂ ਮੈਂ 9th ਕਲਾਸ ਸਟੂਡੈਂਟ ਹਾਂ। ਮੈਂ ਅੱਜ ਕਿਰਤ ਬਾਰੇ ਬੋਲਣਾ ਚਾਹੁੰਦੀ ਹਾਂ ਤੇ ਨਾਮ ਜਪੋ ਬਾਰੇ ਬੋਲਣਾ ਚਾਹੁੰਦੀ ਹਾਂ। ਗੁਰਬਾਣੀ ਵਿੱਚ ਵੀ ਲਿਖਿਆ ਹੈ, ਘਰ ਖਾਏ ਕਿਛ ਹੱਥੇ ਦੇ, ਨਾਨਕ ਰਾਹ ਪਛਾਣ ਹੈ ਸੇ। ਜੈਸੇ ਅਰਥ ਹਨ ਇਹ ਬੰਦਿਆ, ਜਦੋਂ ਤੇਰਾ ਜੀਵਨ ਗੁਰਬਾਣੀ ਅਨੁਸਾਰ ਨਾਮ ਜਪੋ ਬਣ ਕੇ ਕਰਤਾਰ ਦੇ ਰੰਗ ਰੰਗਿਆ ਜਾਵੇਗਾ, ਤਾਂ ਹੀ ਤੈਨੂੰ ਸਮਝ ਸਕੇਗੀ ਕਿ ਘਰ ਕਮਾਈ ਕਰ ਵੀ ਰਿਹਾ ਹੈ ਜਗ ਨਹੀਂ। ਘਰ ਕਮਾਈ ਤੋਂ ਭਾਵ ਕਿਰਤ ਕਰੋ। ਇਸ ਤਰ੍ਹਾਂ ਤੈਨੂੰ ਤਾਂ ਹੀ ਸਮਝ ਆ ਸਕੇਗੀ ਕਿ ਉਸ ਕਿਰਤ ਕਮਾਈ ਨੂੰ ਤੂੰ ਇਕੱਲਿਆਂ ਨਹੀਂ ਬਲਕਿ ਕਿਛ ਹੱਥ ਦੇ ਹੈ, ਵੰਡ ਵੀ ਛਕ ਰਿਹਾ ਹੈ ਜਾਂ ਨਹੀਂ। ਇਸ ਤੋਂ ਬਾਅਦ ਗੁਰਬਾਣੀ ਵਿੱਚ 2 ਸਲੋਕ ਹਨ, ਜਿਸ ਵਿੱਚ ਥਾਲ ਵਿੱਚ 3 ਵਸਤੂ ਪਈਓ ਅਤੇ ਦੂਜਾ ਸਲੋਕ ਹੈ, ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋ ਕੀ ਤੋਈ। ਜਿਸ ਦਾ ਗੁਰੂ ਜੀ ਨੇ ਆਦਿ ਬੀੜ ਦੀ ਸੰਪੂਰਨਤਾ ਉਪਰੰਤ ਕਰਤਾਰ ਦਾ ਸ਼ੁਕਰਾਨਾ ਕੀਤਾ ਹੈ। ਪਰ ਇੱਥੇ ਜੋ ਗੱਲ ਦੇਖਣੀ ਹੈ ਕਿ ਉਹ ਇਹ ਹੈ ਕਿ ਗੁਰੂ ਜੀ ਨੇ ਪਹਿਲੇ ਸਲੋਕ ਦੀ ਪਹਿਲੀ ਪੰਕਤੀ 'ਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਸ਼ਬਦ ਵਰਤਿਆ ਹੈ ਥਾਲ, ਅਤੇ ਨਾਲ ਹੀ ਦੂਜੀ ਪੰਕਤੀ 'ਚ ਉਸੇ ਆਦਿ ਬੀੜ ਦੀ ਲਫ਼ਜ਼ ਵਰਤਿਆ ਹੈ ਅੰਮ੍ਰਿਤ ਨਾਮ, ਭਾਵ ਸਦਾ ਸਥਿਰ ਰਹਿਣ ਵਾਲੇ ਅਕਾਲ ਪੁਰਖ ਦੇ ਨਾਮ ਦਾ ਖਜ਼ਾਨਾ। ਇਸ ਤਰ੍ਹਾਂ ਇਹ ਭੁਲੇਖਾ ਰਹਿਣਾ ਹੀ ਨਹੀਂ ਚਾਹੀਦਾ। ਗੁਰਬਾਣੀ ਅਨੁਸਾਰ ਨਾਮ ਦੇ ਅਰਥ ਰਟਾਉਣੀ ਨਹੀਂ, ਬਲਕਿ ਗੁਰਬਾਣੀ ਅਨੁਸਾਰ ਸੰਪੂਰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਨਾਮ ਅੰਮ੍ਰਿਤ ਨਾਮ ਹਨ। ਇਸ ਤਰ੍ਹਾਂ ਹਰ ਪੱਖੋਂ ਗੁਰਬਾਣੀ ਜੀਵਨ 'ਚ ਆਉਣਾ ਹੀ ਗੁਰੂ ਕੇ ਸਿੱਖ ਲਈ ਨਾਮ ਜਪਣਾ ਨਾਮ ਜਪੋ ਹੈ। ਸਪਸ਼ਟ ਹੈ ਕਿ ਗੁਰਬਾਣੀ ਅਨੁਸਾਰ ਨਾਮ ਜਪੋ ਦੇ ਅਰਥ ਹਨ ਗੁਰਬਾਣੀ ਰਾਹੀਂ ਬਾਰ-ਬਾਰ ਪ੍ਰਭੂ ਦਾ ਗੁਣਗਾਨ, ਸਿਫਤ ਸਲਾਹ ਅਤੇ ਕਰਤੇ ਦੀਆਂ ਬਾਤਾਂ ਰਾਹੀਂ ਆਪਣੇ ਜੀਵਨ ਦੀ ਸੰਭਾਲ। ਇਹੀ ਇੱਕ ਤਰੀਕਾ ਹੈ ਜਿਸ ਨਾਲ ਸਾਡਾ ਜੀਵਨ ਸਫਲ ਹੋ ਸਕਦਾ ਹੈ। ਸਾਡੇ ਅੰਦਰ ਦਇਆ, ਸਦਾਚਾਰ, ਉਚਾਰਨ, ਧੀਰਜ, ਸਹਿਣਸ਼ੀਲਤਾ ਅਤੇ ਆਤਮ ਵਿਸ਼ਵਾਸ ਆ ਸਕਦਾ ਹੈ। ਸਾਨੂੰ ਸਭ ਤੋਂ ਵੱਧ ਗੁਰੂ ਜੀ ਤੇ ਭਰੋਸਾ ਹੋਣਾ ਚਾਹੀਦਾ ਹੈ, ਤਾਂ ਹੀ ਸਾਡਾ ਜੀਵਨ ਸਫਲ ਹੋ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੈਂਪ ਇੱਥੇ ਸਮਾਪਤ ਕਰਦੇ ਹਾਂ। ਐਜੂਕੇਟ ਪੰਜਾਬ ਡਾਇਰੈਕਟ ਵੱਲੋਂ ਵੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ, ਔਰ ਆਸ ਰੱਖਦੇ ਹਾਂ ਕਿ ਜਦੋਂ ਵੀ ਵੀਰ ਜੀ ਨੂੰ ਬੁਲਾਇਆ ਜਾਵੇਗਾ ਜ਼ਰੂਰ ਸਾਡੀ ਬੇਨਤੀ ਨੂੰ ਪ੍ਰਵਾਨਿਆ ਕਰਨਗੇ ਜੀ। ਸੰਗਤ ਦਾ ਬਹੁਤ ਬਹੁਤ ਧੰਨਵਾਦ। ਇੱਥੇ ਆ ਕੇ ਕੈਂਪ ਦੀ ਸਮਾਪਤੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।